Hello everyone, welcome to Victor's Knowledge. This is Chinu Sharma, and today we are going to discuss a very important topic. So ਅੱਜ ਆਪਾਂ ਪੋਲਿਟੀ ਸਬਜੈਕਟ ਦਾ ਪਹਿਲਾ ਟੌਪਿਕ ਕਵਰ ਕਰਾਂਗੇ। ਸੋ ਜਿਹੜਾ ਲੈਕਚਰ ਅੱਜ ਮੈਂ ਲੈ ਕੇ ਆਈ ਹਾਂ ਇੱਕ ਡੈਮੋ ਲੈਕਚਰ ਹੈ। ਸੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੈਂ ਆਲਰੇਡੀ ਅਨਾਉਂਸ ਕੀਤਾ ਸੀ ਇੱਕ ਅਲੱਗ ਤੋਂ ਪੂਰੀ ਵੀਡੀਓ ਪਾ ਕੇ that I have started a crash course for PPSC Cooperative Society Inspector and ਨਾਇਬ ਤਹਿਸੀਲਦਾਰ exam। ਸੋ ਜਿਹੜਾ ਇਹ crash course ਹੈ ਉਹਦੇ ਵਿੱਚ ਤੁਹਾਨੂੰ ਲੈਕਚਰਸ ਕਿਵੇਂ ਦੇ ਮਿਲਣਗੇ ਵੀਡੀਓ ਲੈਕਚਰਸ। ਸੋ ਉਸੇ ਚੀਜ਼ ਦਾ ਡੈਮੋ ਦਿਖਾਉਣ ਦੇ ਲਈ ਅੱਜ ਮੈਂ ਤੁਹਾਡੇ ਲਈ ਪਹਿਲਾ ਲੈਕਚਰ ਲੈ ਕੇ ਆਈ ਹਾਂ। ਸੋ ਇਸ ਲੈਕਚਰ ਦੇ ਅੰਦਰ ਬਾਕੀ ਵੀ ਜਿੰਨੇ ਇੰਪੋਰਟੈਂਟ ਸਬਜੈਕਟਸ ਨੇ ਜਿਵੇਂ ਇਕਨੋਮਿਕਸ ਹੋ ਗਈ ਇਨਵਾਇਰਨਮੈਂਟ ਹੋ ਗਈ ਹਰ ਟੌਪਿਕ ਤੋਂ ਬਾਅਦ ਡੇਲੀ ਬੇਸਿਸ ਦੇ ਉੱਤੇ ਕਰੰਟ ਇਸ਼ੂਜ਼ ਨੇ ਜਿਹੜੇ ਉਸ ਸਬਜੈਕਟ ਦੇ ਨਾਲ ਰਿਲੇਟਡ ਉਹ ਵੀ ਨਾਲ ਦੀ ਨਾਲ ਮੈਂ ਸਾਰੇ ਕਵਰ ਕਰੂੰਗੀ ਕਿਉਂਕਿ ਜਿਹੜਾ ਲੈਵਲ ਰਹੂਗਾ ਚਾਹੇ ਕੋਆਪਰੇਟਿਵ ਸੁਸਾਇਟੀ ਇੰਸਪੈਕਟਰ ਐਗਜ਼ਾਮ ਜਾਂ ਫਿਰ ਨਾਇਬ ਤਹਿਸੀਲਦਾਰ ਐਗਜ਼ਾਮ ਦੀ ਗੱਲ ਕਰੋ ਤਾਂ ਉਹ ਬਿਲਕੁਲ ਪੰਜਾਬ PCS ਐਗਜ਼ਾਮ ਦਾ ਲੈਵਲ ਰਹੂਗਾ ਤੇ ਕਰੰਟ ਇਸ਼ੂਜ਼ ਦੇ ਉੱਤੇ ਉਹਦੇ ਵਿੱਚ ਆਪਾਂ ਨੇ ਮੇਨਲੀ ਫੋਕਸ ਕਰਨਾ। ਸੋ ਇਹ ਪੂਰੇ ਕੋਰਸ ਦੀਆਂ ਡਿਟੇਲਸ ਨੇ ਤੁਸੀਂ ਦੇਖ ਸਕਦੇ ਹੋ ਤੇ ਜਿਹੜਾ ਪੂਰਾ ਕ੍ਰੈਸ਼ ਕੋਰਸ ਹੈ ਉਹਦੇ ਵਿੱਚ ਤੁਹਾਨੂੰ ਵੀਡੀਓ ਲੈਕਚਰਸ ਮਿਲਣਗੇ ਨੋਟਸ ਮਿਲਣਗੇ ਤੇ ਟੈਸਟ ਮਿਲਣਗੇ। ਸੋ ਹੁਣ ਆਪਾਂ ਸਟਾਰਟ ਕਰਦੇ ਹਾਂ ਆਪਣੇ ਅੱਜ ਦੇ ਪੋਲਿਟੀ ਦੇ ਪਹਿਲੇ ਟੌਪਿਕ ਤੋਂ। ਸੋ ਪੋਲਿਟੀ ਜਦੋਂ ਆਪਾਂ ਪੋਲਿਟੀ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਜਿਹਦੀ ਬਾਰ-ਬਾਰ ਆਪਾਂ ਰੈਫਰੈਂਸ ਦਿੰਦੇ ਹਾਂ ਕਿਸੇ ਵੀ ਦੇਸ਼ ਦੀ ਸਰਕਾਰ ਕਿਵੇਂ ਦੀ ਆ ਉਹਨੂੰ ਸਮਝਣ ਦੇ ਲਈ ਉਸ ਸਰਕਾਰ ਨੂੰ ਚਲਾਉਣ ਦੇ ਲਈ ਇੱਕ ਰੂਲ ਬੁੱਕ ਤਿਆਰ ਕੀਤੀ ਜਾਂਦੀ ਹੈ। ਸੋ ਜਿਹੜੀ ਰੂਲ ਬੁੱਕ ਹੈ ਇੰਡੀਆ ਦੇ ਵਿੱਚ ਉਸ ਰੂਲ ਬੁੱਕ ਦਾ ਨਾਮ ਹੈ ਕਨਸਟੀਟਿਊਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ ਸੰਵਿਧਾਨ। ਸੋ ਦੇਸ਼ ਦੀ ਪੋਲਿਟੀ ਕਿਵੇਂ ਹੈ ਗਵਰਨੈਂਸ ਕਿਵੇਂ ਹੈ ਸਰਕਾਰ ਕਿਵੇਂ ਚੱਲਦੀ ਹੈ ਕਿਹੜੇ-ਕਿਹੜੇ ਅਲੱਗ-ਅਲੱਗ ਇੰਸਟੀਟਿਊਸ਼ਨਸ ਨੇ ਸਰਕਾਰ ਦੇ ਅੰਗ ਕਿਹੜੇ-ਕਿਹੜੇ ਨੇ ਆਰਗਨਸ ਕਿਹੜੇ-ਕਿਹੜੇ ਨੇ ਹਰ ਚੀਜ਼ ਨੂੰ ਸਮਝਣ ਦੇ ਲਈ ਆਪਾਂ ਕਿਹਦੇ ਕੋਲ ਜਾਂਦੇ ਹਾਂ ਆਪਾਂ ਕਨਸਟੀਟਿਊਸ਼ਨ ਨੂੰ ਪੜ੍ਹਦੇ ਹਾਂ। ਸੋ ਜਦੋਂ ਵੀ ਪੋਲਿਟੀ ਸਬਜੈਕਟ ਦੀ ਗੱਲ ਹੁੰਦੀ ਹੈ ਉਹਦੇ ਵਿੱਚ ਆਪਾਂ ਨੇ ਕਿਸ ਚੀਜ਼ ਦੀ ਸਟੱਡੀ ਕਰਨੀ ਹੈ ਕਨਸਟੀਟਿਊਸ਼ਨ ਦੀ। ਸੋ ਕਨਸਟੀਟਿਊਸ਼ਨ ਆਫ ਅ ਕੰਟਰੀ ਇਜ਼ ਦ ਸੁਪਰੀਮ ਲਾਅ ਆਫ ਦ ਲੈਂਡ। ਇਸ ਤੋਂ ਵੱਡਾ ਕੋਈ ਵੀ ਲਾਅ ਨਹੀਂ ਹੈ ਜਿੰਨੇ ਵੀ ਬਾਕੀ ਲਾਅ ਨਿਕਲਦੇ ਨੇ ਸਾਰੇ ਕਿਸ ਚੀਜ਼ ਨੂੰ ਮੇਨਲੀ ਫੋਲੋ ਕਰਕੇ ਚੱਲਦੇ ਨੇ ਚਾਹੇ ਕੋਈ IPC ਹੈ CRPC ਹੈ ਕੋਈ ਸਿਵਲ ਲਾਅ ਹੈ ਹਰ ਲਾਅ ਕਨਸਟੀਟਿਊਸ਼ਨ ਦੇ ਜਿਹੜੇ ਬੇਸਿਕ ਪ੍ਰਿੰਸੀਪਲ ਨੇ ਬੇਸਿਕ ਸਟਰਕਚਰ ਹੈ ਉਹਦੇ ਨਾਲ ਮਿਲ ਕੇ ਤਿਆਰ ਕੀਤੇ ਜਾਂਦੇ ਨੇ। ਸੋ ਕਨਸਟੀਟਿਊਸ਼ਨ ਨੰਬਰ 1 ਤੇ ਸਭ ਤੋਂ ਉੱਪਰ ਸਭ ਤੋਂ ਵੱਡਾ ਸੁਪਰੀਮ ਲਾਅ ਹੈ ਇੰਡੀਆ ਦਾ and it determines the relationship among people living in that country, also regulate the government and its policy towards its citizen। ਸੋ ਉਸ ਦੇਸ਼ ਦੇ ਨਾਗਰਿਕ ਨੇ ਕਿਵੇਂ ਬਿਹੇਵ ਕਰਨਾ ਹੈ ਸਰਕਾਰ ਤੇ ਲੋਕਾਂ ਦਾ ਕਿਵੇਂ ਦਾ ਰਿਸ਼ਤਾ ਰਹੂਗਾ ਲੋਕਾਂ ਕੋਲ ਕਿਹੜੇ ਅਧਿਕਾਰ ਨੇ ਜਾਂ ਫਿਰ ਲੋਕਾਂ ਦੀ ਕਿਹੜੀਆਂ ਡਿਊਟੀਆਂ ਬਣਦੀਆਂ ਨੇ ਸਰਕਾਰ ਕਿਵੇਂ ਦੀਆਂ ਪਾਲਿਸੀਜ਼ ਤਿਆਰ ਕਰੂਗੀ ਹਰ ਚੀਜ਼ ਦੀ ਜਾਣਕਾਰੀ ਕਿੱਥੋਂ ਮਿਲਦੀ ਹੈ ਕਨਸਟੀਟਿਊਸ਼ਨ ਤੋਂ। ਕਨਸਟੀਟਿਊਸ਼ਨ ਰੈਗੂਲੇਟ ਕਰਦਾ ਹੈ ਸੋ ਲੋਕਾਂ ਦਾ ਤੇ ਸਰਕਾਰ ਦਾ ਆਪਸ ਦੇ ਵਿੱਚ ਇੱਕ ਸ਼ਾਂਤਮਈ ਰਿਸ਼ਤਾ ਬਣਿਆ ਰਹੇ ਉਸ ਚੀਜ਼ ਨੂੰ ਕੌਣ ਅਸ਼ੋਰ ਕਰਦਾ ਹੈ ਸੰਵਿਧਾਨ। ਸੋ ਰੋਲ ਕੀ ਹੈ ਕਨਸਟੀਟਿਊਸ਼ਨ ਦਾ ਸੋ ਮੇਨਲੀ 3 ਰੋਲ ਨੇ ਕਨਸਟੀਟਿਊਸ਼ਨ ਦੇ। ਨੰਬਰ 1 ਰੂਲਸ ਐਂਡ ਰੈਗੂਲੇਸ਼ਨ ਦੇਣੇ। ਸੋ ਪੀਪਲ ਜੋ ਵੀ ਲੋਕ ਨੇ ਸਿਟੀਜ਼ਨਸ ਨੇ ਉਹਨਾਂ ਦੀ ਆਪਸ ਦੇ ਵਿੱਚ ਇੱਕ ਟਰਸਟ ਇੱਕ ਵਿਸ਼ਵਾਸ ਕੋਆਰਡੀਨੇਸ਼ਨ ਦੇ ਨਾਲ ਚਲਾਉਣ ਨੂੰ ਜਿਹੜੇ ਰੂਲਸ ਦੀ ਲੋੜ ਹੁੰਦੀ ਹੈ ਉਹ ਆਪਾਂ ਨੂੰ ਕਿੱਥੋਂ ਮਿਲਦੇ ਨੇ ਕਨਸਟੀਟਿਊਸ਼ਨ ਤੋਂ। ਕਿਉਂਕਿ ਆਪਾਂ ਨੂੰ ਪਤਾ ਹੈ ਜਿਵੇਂ ਇੰਡੀਆ ਹੈ ਉਰੇ ਬਹੁਤ ਤਰ੍ਹਾਂ ਦੇ ਲੋਕ ਰਹਿੰਦੇ ਨੇ ਆਪਾਂ ਯੂਨਿਟੀ ਇਨ ਡਾਇਵਰਸਿਟੀ ਵੀ ਕਹਿੰਦੇ ਹਾਂ। ਸੋ ਅਲੱਗ-ਅਲੱਗ ਰਿਲੀਜਨ ਦੇ ਲੋਕ ਉਹਨਾਂ ਦੇ ਆਪਸ ਦੇ ਵਿੱਚ ਕੋਈ ਭੇਦਭਾਵ ਨਾ ਰਵੇ ਸਾਰੇ ਸ਼ਾਂਤਮਈ ਤਰੀਕੇ ਨਾਲ ਰਹਿਣ ਹਰ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਨੂੰ ਕਿਹਨੇ ਖਾਰਜ ਕੀਤਾ ਹੈ। ਸੋ ਆਪਾਂ ਨੂੰ ਪਤਾ ਹੈ ਕਿ ਸੰਵਿਧਾਨ ਦੇ ਅੰਦਰ ਅਲੱਗ-ਅਲੱਗ ਆਰਟੀਕਲਸ ਨੇ ਜਿਹਦੇ ਵਿੱਚ ਲਿਖਿਆ ਹੋਇਆ ਸਪੈਸ਼ਲੀ ਕਿ ਸਾਰੇ ਇਕੁਐਲਿਟੀ ਨਾਲ ਰਹਿਣਗੇ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੋਊਗੀ ਕੋਈ ਇੰਪਲੋਇਮੈਂਟ ਵਿੱਚ ਡਿਸਕ੍ਰਿਮੀਨੇਸ਼ਨ ਨਹੀਂ ਹੋਊਗੀ। ਸੋ ਟਰਸਟ ਤੇ ਕੋਆਰਡੀਨੇਸ਼ਨ ਨੂੰ ਕਾਇਮ ਰੱਖਣ ਦੇ ਲਈ ਕਿੱਥੇ ਗੱਲ ਹੋ ਰਹੀ ਹੈ ਕਨਸਟੀਟਿਊਸ਼ਨ ਵਿੱਚ। ਦੂਜੇ ਨੰਬਰ ਤੇ ਜੋ ਵੀ ਸਰਕਾਰ ਹੈ ਜਾਂ ਸਰਕਾਰ ਦੇ ਅੱਗੇ ਇੰਸਟੀਟਿਊਸ਼ਨਸ ਨੇ ਉਹਨਾਂ ਦਾ ਫਰੇਮਵਰਕ ਉਹਨਾਂ ਨੇ ਕਿਵੇਂ ਕੰਮ ਕਰਨਾ ਹੈ। ਸੋ ਇਟ ਪ੍ਰੋਵਾਈਡਸ ਅ ਫਰੇਮਵਰਕ within which the government and other institutions work in the country। also ਇੱਕ ਪ੍ਰੋਸੀਜਰ ਵੀ ਦੱਸਦਾ ਵੀ ਜਿਹੜੀ ਸਰਕਾਰ ਹੈ ਉਹ ਕਿਵੇਂ ਬਣਾਈ ਜਾਊਗੀ ਕਿਹੜਾ ਤਰੀਕਾ ਹੋਊਗਾ ਇਲੈਕਸ਼ਨਸ ਨੂੰ ਕੰਡਕਟ ਕਰਨ ਦਾ ਕਿਉਂਕਿ ਇਲੈਕਸ਼ਨ ਕਮਿਸ਼ਨ ਨੂੰ ਲੈ ਕੇ ਹਰ ਚੀਜ਼ ਨੂੰ ਲੈ ਕੇ ਅਲੱਗ-ਅਲੱਗ ਸਪੈਸੀਫਿਕਲੀ ਪਾਰਟਸ ਨੇ ਕਨਸਟੀਟਿਊਸ਼ਨ ਦੇ ਅੰਦਰ।
ਤੀਜੇ ਨੰਬਰ ਤੇ ਹੈ ਰਾਈਟਸ ਆਫ ਸਿਟੀਜ਼ਨ ਐਂਡ ਰੂਲ ਆਫ ਲਾਅ। ਸੋ ਆਪਾਂ ਨੂੰ ਪਤਾ ਹੈ ਫੰਡਾਮੈਂਟਲ ਰਾਈਟਸ ਜਿਹੜੇ ਅਧਿਕਾਰ ਦਿੱਤੇ ਹੋਏ ਨੇ, ਜਿਹੜੇ ਆਪਣੇ ਇੰਡੀਅਨ ਸਿਟੀਜ਼ਨਸ ਦੇ ਕੋਲ ਨੇ, ਇੰਡੀਆ ਦੇ ਨਾਗਰਿਕ ਹੋਣ ਦੇ ਨਾਤੇ ਆਪਣੇ ਤੇ ਕੋਈ ਅਧਿਕਾਰ ਫੰਡਾਮੈਂਟਲ ਰਾਈਟ ਲੈ ਨਹੀਂ ਸਕਦਾ, ਤੇ ਇਸ ਚੀਜ਼ ਦੀ ਪੁਸ਼ਟੀ ਕੌਣ ਕਰਦਾ ਹੈ? ਕਨਸਟੀਟਿਊਸ਼ਨ। ਦੈਨ ਰੂਲ ਆਫ ਲਾਅ। ਸੋ ਰੂਲ ਆਫ ਲਾਅ ਦਾ ਮਤਲਬ ਹੈ ਕਿ ਜਿਹੜਾ ਆਪਣੇ ਦੇਸ਼ ਦਾ ਇੱਕ ਲਾਅ ਤਿਆਰ ਹੋ ਗਿਆ, ਉਸ ਲਾਅ ਨੂੰ ਹਰ ਕੋਈ ਬਰਾਬਰ ਤਰੀਕੇ ਦੇ ਨਾਲ ਫੋਲੋ ਕਰੂ ਤੇ ਕੋਈ ਭੇਦਭਾਵ ਨਹੀਂ ਹੋਊਗਾ, ਇਕੁਐਲਿਟੀ ਬਿਫੋਰ ਲਾਅ ਰਹੂਗੀ, ਹਰ ਕਿਸੇ ਨੂੰ ਜਿਹੜੀ ਜੁਡੀਸ਼ਰੀ ਹੈ ਉਹ ਬਿਲਕੁਲ ਬਰਾਬਰ ਨਜ਼ਰਾਂ ਦੇ ਨਾਲ ਦੇਖੂਗੀ, ਇਕੁਐਲਿਟੀ ਦੇ ਨਾਲ ਜਸਟਿਸ ਪ੍ਰੋਵਾਈਡ ਕਰੂਗੀ, ਇਨਸਾਫ ਦਊਗੀ। ਸੋ ਇਹ ਹੈ ਮੇਨ, ਇਹ ਸਾਰੀਆਂ ਚੀਜ਼ਾਂ ਨੂੰ ਕੌਣ ਅਸ਼ੋਰ ਕਰਦਾ ਹੈ? ਕਨਸਟੀਟਿਊਸ਼ਨ। ਕਨਸਟੀਟਿਊਸ਼ਨ ਦਾ ਰੋਲ ਹੈ ਕਿ ਇਹ ਸਾਰੀਆਂ ਚੀਜ਼ਾਂ ਇੱਕ ਦੇਸ਼ ਦੇ ਵਿੱਚ ਪੂਰੀ ਤਰ੍ਹਾਂ ਲਾਗੂ ਹੋਣ, ਉਸ ਚੀਜ਼ ਨੂੰ ਦੇਖਣਾ। ਸੋ ਨੈਕਸਟ ਹੁਣ ਜੇ ਆਪਾਂ ਥੋੜੇ ਪਾਸਟ ਦੀ ਗੱਲ ਕਰੀਏ, ਹਿਸਟਰੀ ਵੱਲ ਜਾਈਏ, ਤਾਂ ਉੱਥੇ ਅਮਰੀਕਾ ਨੇ ਆਪਣੇ ਆਪ ਨੂੰ ਕਨਸਟੀਟਿਊਸ਼ਨ ਦਿੱਤਾ ਸੀ 17 ਸਤੰਬਰ 1787 ਵਿੱਚ, ਜਦੋਂ ਅਮਰੀਕਾ ਨੇ ਗ੍ਰੇਟ ਬ੍ਰਿਟੇਨ ਤੋਂ ਆਜ਼ਾਦੀ ਹਾਸਿਲ ਕੀਤੀ ਸੀ ਅਮਰੀਕਨ ਵਾਰ ਆਫ ਇੰਡੀਪੈਂਡੈਂਸ ਤੋਂ ਬਾਅਦ। ਸਿਮਿਲਰਲੀ ਫ੍ਰੈਂਚ ਦੇ ਵਿੱਚ ਵੀ ਆਪਣਾ ਜਦੋਂ ਉਹਨਾਂ ਨੇ ਆਜ਼ਾਦੀ ਦੀ ਲੜਾਈ ਲੜੀ ਰੈਵੋਲੂਸ਼ਨ ਤੋਂ ਬਾਅਦ 1791 ਦੇ ਵਿੱਚ ਇੱਕ ਡੈਮੋਕ੍ਰੈਟਿਕ ਕਨਸਟੀਟਿਊਸ਼ਨ ਨੂੰ ਅਪਰੂਵ ਕੀਤਾ, ਤੇ ਉਸ ਸਮੇਂ ਤੋਂ ਬਾਅਦ ਹੀ ਜਿੰਨੀਆਂ ਵੀ ਡੈਮੋਕ੍ਰੇਸੀਜ਼ ਨੇ ਪੂਰੇ ਵਰਲਡ ਦੇ ਵਿੱਚ ਆਲਮੋਸਟ ਹਰ ਡੈਮੋਕ੍ਰੇਸੀ ਦਾ ਆਪਣਾ ਇੱਕ ਲਿਖਤੀ ਕਨਸਟੀਟਿਊਸ਼ਨ ਹੈ। ਸੋ ਜੋ ਵੀ ਬੇਸਿਕ ਰੂਲ ਹੁੰਦੇ ਨੇ ਇੱਕ ਦੇਸ਼ ਨੂੰ ਚਲਾਉਣ ਦੇ, ਉਹਨਾਂ ਸਾਰਿਆਂ ਦਾ ਇਕੱਠ ਜਿਹੜੀ ਚੀਜ਼ ਦੇ ਵਿੱਚ ਹੈ, ਉਹਨਾਂ ਦੀ ਕੰਪਾਈਲੇਸ਼ਨ ਹੈ ਜਿਹੜੀ ਚੀਜ਼ ਵਿੱਚ, ਉਸ ਕਿਤਾਬ ਨੂੰ ਕਿਹਾ ਜਾਂਦਾ ਹੈ ਕਨਸਟੀਟਿਊਸ਼ਨ। ਅ ਕੰਪਾਈਲੇਸ਼ਨ ਆਫ ਬੇਸਿਕ ਰੂਲ ਇਜ਼ ਕਾਲਡ ਕਨਸਟੀਟਿਊਸ਼ਨ। ਤੇ ਜਿਹੜੇ ਇਹ ਰੂਲਸ ਨੇ ਇਹ ਮੇਨਲੀ ਕਿਹੜੀਆਂ ਗੱਲਾਂ ਆਪਾਂ ਨੂੰ ਦੱਸਦੇ ਨੇ? ਸੋ ਇਹ ਡਿਫਾਈਨ ਕਰਦੇ ਨੇ ਜਿਹੜੀ ਸਰਕਾਰ ਚੁਣੀ ਹੈ ਇੱਕ ਡੈਮੋਕ੍ਰੇਸੀ ਦੇ ਵਿੱਚ, ਲੋਕਾਂ ਦੁਆਰਾ ਚੁਣੀ ਗਈ ਸਰਕਾਰ ਹੈ, ਉਹਦੇ ਕੋਲ ਕੀ ਪਾਵਰਸ ਨੇ, ਉਹ ਕੀ ਕਰ ਸਕਦੀ ਹੈ ਤੇ ਕੀ ਲਿਮਿਟੇਸ਼ਨਸ ਨੇ। ਸੋ ਪਾਵਰਸ ਐਂਡ ਲਿਮਿਟੇਸ਼ਨ ਦੋਨਾਂ ਚੀਜ਼ਾਂ ਦੀ ਜਾਣਕਾਰੀ ਆਪਾਂ ਨੂੰ ਮਿਲਦੀ ਹੈ ਕਨਸਟੀਟਿਊਸ਼ਨ ਤੋਂ। ਸੋ ਟੂ ਡੂ ਸਰਟਨ ਥਿੰਗ ਐਂਡ ਨਾਟ ਟੂ ਡੂ ਸਰਟਨ ਥਿੰਗ। ਦੈਨ ਫੰਡਾਮੈਂਟਲ ਰਾਈਟਸ ਕੀ ਨੇ ਸਿਟੀਜ਼ਨਸ ਦੇ, ਫੰਡਾਮੈਂਟਲ ਡਿਊਟੀਜ਼ ਕੀ ਨੇ, ਸਟੇਟ ਦੇ ਡਾਇਰੈਕਟਿਵ ਪ੍ਰਿੰਸੀਪਲ ਕੀ ਨੇ। ਸੋ ਇਹ ਸਾਰੀਆਂ ਚੀਜ਼ਾਂ ਵੀ ਕਨਸਟੀਟਿਊਸ਼ਨ ਦੇ ਅੰਦਰ ਨੇ। ਦੈਨ ਰੂਲਰਸ ਕਿਵੇਂ ਚੂਜ਼ ਕੀਤੇ ਜਾਣਗੇ, ਇਲੈਕਸ਼ਨਸ ਕਿਵੇਂ ਕੰਡਕਟ ਕਰਵਾਈਆਂ ਜਾਣਗੀਆਂ। ਸੋ ਇਹ ਸਾਰੀਆਂ ਚੀਜ਼ਾਂ ਦੇ ਜਿਹੜੇ ਬੇਸਿਕ ਰੂਲਸ ਨੇ ਇੱਕ ਦੇਸ਼ ਨੂੰ ਚਲਾਉਣ ਦੇ ਲਈ ਜਿਹੜੇ ਜ਼ਰੂਰੀ ਨੇ, ਉਹਨਾਂ ਦੀ ਜਿੱਥੇ ਕੰਪਾਈਲੇਸ਼ਨ ਪਈ ਹੈ, ਉਸ ਬੁੱਕ ਨੂੰ ਕਹਿੰਦੇ ਆਪਾਂ ਕਨਸਟੀਟਿਊਸ਼ਨ, ਸੰਵਿਧਾਨ। ਸੋ ਨੈਕਸਟ ਹੁਣ ਆਪਾਂ ਹਿਸਟਰੀ ਦੀ ਗੱਲ ਕਰਾਂਗੇ। ਜਿਹੜੀ ਭਾਰਤ ਦੀ ਡੈਮੋਕ੍ਰੇਸੀ ਹੈ ਉਹ ਇੱਕ ਪਾਰਲੀਮੈਂਟਰੀ ਫਾਰਮ ਹੈ। ਪਾਰਲੀਮੈਂਟਰੀ ਫਾਰਮ ਮਤਲਬ ਦੋ ਤਰ੍ਹਾਂ ਦੇ ਹਾਊਸ ਨੇ ਜਿਹੜੇ ਰਨ ਕਰਦੇ ਨੇ, ਜਿਹੜੇ ਰੂਲਸ ਬਣਾਉਂਦੇ ਨੇ, ਜਿੱਥੇ ਸਾਰੇ ਇੰਪੋਰਟੈਂਟ ਡਿਸੀਜਨ ਲਏ ਜਾਂਦੇ ਨੇ। ਸੋ ਪਾਰਲੀਮੈਂਟ, ਉਹਦੇ ਦੋ ਹਾਊਸ ਨੇ, ਕਿਹੜੇ ਇੰਡੀਆ ਦੇ ਵਿੱਚ? ਲੋਕ ਸਭਾ, ਰਾਜ ਸਭਾ, ਜਿਹਨੂੰ ਆਪਾਂ ਕਹਿੰਦੇ ਆ ਅਪਰ ਹਾਊਸ ਰਾਜ ਸਭਾ ਨੂੰ, ਤੇ ਲੋਕ ਸਭਾ ਨੂੰ ਕੀ ਕਹਿੰਦੇ ਆ? ਲੋਅਰ ਹਾਊਸ। ਜਿਹੜੀ ਗਵਰਨੈਂਸ ਹੈ, ਜਿਹੜਾ ਸਰਕਾਰ ਨੂੰ ਚਲਾਉਣ ਦਾ ਤਰੀਕਾ ਹੈ, ਉਹ ਫੈਡਰਲ ਨੇਚਰ ਦਾ ਹੈ। ਫੈਡਰਲ ਨੇਚਰ ਦਾ ਕੀ ਮਤਲਬ ਹੈ ਕਿ ਸੈਂਟਰ ਦੇ ਉੱਤੇ ਅਲੱਗ ਤੋਂ ਐਗਜ਼ੀਕਿਊਟਿਵ ਤੇ ਲੈਜਿਸਲੇਚਰ ਹੈ, ਸਟੇਟਸ ਦੇ ਆਪਣੇ ਅਲੱਗ ਹਾਊਸਿਸ ਨੇ। ਸੋ ਜਿਵੇਂ ਲੋਕ ਸਭਾ ਰਾਜ ਸਭਾ ਨੇ, ਉਵੇਂ ਸਟੇਟ ਦੇ ਵਿੱਚ ਆਪਣੀਆਂ ਲੈਜਿਸਲੇਟਿਵ ਅਸੈਂਬਲੀਜ਼ ਨੇ। ਸੋ ਜਿਹੜੀ ਪਾਵਰ ਹੈ ਉਹ ਵੰਡੀ ਹੋਈ ਹੈ ਸੈਂਟਰ ਤੇ ਸਟੇਟ ਦੇ ਵਿੱਚ, ਚਾਹੇ ਜ਼ਿਆਦਾ ਮੇਜਰ ਪਾਵਰ ਸੈਂਟਰ ਦੇ ਕੋਲ ਹੈ, ਯੂਨੀਅਨ ਦੇ ਕੋਲ ਹੈ, ਬਟ ਸਟਿਲ ਜਿਹੜੀ ਪਾਵਰ ਹੈ ਉਹ ਡਿਵਾਈਡਡ ਹੈ, ਉਹ ਸੈਪਰੇਟ ਹੈ। ਇਸੇ ਕਰਕੇ ਗਵਰਨੈਂਸ ਨੂੰ ਫੈਡਰਲ ਨੇਚਰ ਦਾ ਕਿਹਾ ਗਿਆ। ਵੀ ਆਲਸੋ ਹੈਵ ਸੈਲਫ ਗਵਰਨੈਂਸ। ਸੋ ਕੁਝ ਇਹੋ ਜਿਹੀਆਂ ਬਾਡੀਜ਼ ਵੀ ਨੇ ਜਿਨ੍ਹਾਂ ਦੇ ਕੋਲ ਇੰਪੋਰਟੈਂਟ ਪਾਵਰਸ ਨੇ, ਜਿਹੜੀਆਂ ਲੋਕਲ ਲੈਵਲ ਤੇ ਕੰਮ ਕਰ ਰਹੀਆਂ ਨੇ, ਜਿਨ੍ਹਾਂ ਦੇ ਉੱਤੇ ਕੋਈ ਵੀ ਮੇਨ ਬਾਡੀ ਨਹੀਂ ਹੈ, ਉਹ ਖੁਦ ਆਪਣੇ ਆਪ ਨੂੰ ਚਲਾ ਰਹੇ ਨੇ। ਜਿਵੇਂ ਕਿ ਫॉर ਐਗਜ਼ਾਮਪਲ ਪੰਚਾਇਤਸ, ਮਿਊਨਿਸਪੈਲਿਟੀਜ਼। ਸੋ ਜਿਹੜੇ ਇਹ ਲੋਕਲ ਲੈਵਲ ਦੇ ਗਵਰਨਮੈਂਟਸ ਨੇ, ਇਹ ਸੈਲਫ ਗਵਰਨੈਂਸ ਦੀਆਂ ਆਪਾਂ ਨੂੰ ਐਗਜ਼ਾਮਪਲ ਦਿੰਦੇ ਆ। All this system owe their legacy to British administration। ਸੋ ਜਿਹੜੇ ਵੀ ਸਿਸਟਮ ਨੇ, ਜਿਹੜੇ ਆਪਣੇ ਦੇਸ਼ ਵਿੱਚ ਅਲੱਗ-ਅਲੱਗ ਤਰੀਕੇ ਨਾਲ ਕੰਮ ਚੱਲ ਰਿਹਾ, ਸਰਕਾਰ ਦਾ ਗਵਰਨੈਂਸ ਹੋ ਰਹੀ ਹੈ, ਇਹਨਾਂ ਦੀ ਲੈਗੇਸੀ ਕਿੱਥੋਂ ਆਉਂਦੀ ਹੈ? ਇਹ ਸਾਰਿਆਂ ਨੂੰ ਸਟਾਰਟ ਕਿੱਥੋਂ ਹੋਏ ਨੇ? ਸੋ ਇਹ ਹੋਏ ਨੇ ਬ੍ਰਿਟਿਸ਼ ਸਮੇਂ ਤੋਂ ਸਟਾਰਟ। ਨੈਕਸਟ ਹੁਣ ਜੇ ਆਪਾਂ ਹਿਸਟਰੀ ਦੀ ਗੱਲ ਕਰਾਂਗੇ ਤਾਂ ਆਪਾਂ ਇਹ ਦੇਖਾਂਗੇ ਵੀ ਜਿਹੜਾ ਆਪਣੇ ਦੇਸ਼ ਦੇ ਗਵਰਨੈਂਸ ਹੈ, ਸਰਕਾਰ ਨੂੰ ਚਲਾਉਣ ਦਾ ਤਰੀਕਾ ਹੈ, ਉਹ ਕਿਵੇਂ ਅਲੱਗ-ਅਲੱਗ ਐਕਟਸ ਦੇ ਵਿੱਚੋਂ ਪਾਸ ਹੋਇਆ। ਤੇ ਉਹਦੇ ਲਈ ਸਭ ਤੋਂ ਪਹਿਲਾ ਇੰਪੋਰਟੈਂਟ ਐਕਟ ਲਾਅ ਆਉਂਦਾ ਆਪਣੇ ਕੋਲ
ਰੈਗੂਲੇਟਿੰਗ ਐਕਟ ਆਫ 1773। ਦੂਜੇ ਨੰਬਰ ਤੇ 1784 ਦਾ ਪਿਟਸ ਇੰਡੀਆ ਐਕਟ। ਤੀਜੇ ਨੰਬਰ ਤੇ ਚਾਰਟਰ ਐਕਟ ਆਉਂਦੇ ਨੇ 3, 1813, 33, 53। ਉਸ ਤੋਂ ਬਾਅਦ ਗਵਰਨਮੈਂਟ ਆਫ ਇੰਡੀਆ ਐਕਟ 1858, very important act। then ਆਉਂਦਾ ਕਾਉਂਸਲਸ ਐਕਟ 1861, 92, 1909, ਮੌਰਲੇ ਮਿੰਟੂ ਰਿਫਾਰਮ ਜਿਹਨੂੰ ਕਹਿੰਦੇ ਆ। then ਮੌਂਟੇਗ ਚੈਮਸਫੋਰਡ 1919 ਦਾ ਗਵਰਨਮੈਂਟ ਆਫ ਇੰਡੀਆ ਐਕਟ। then 1935 ਦਾ ਬਹੁਤ ਇੰਪੋਰਟੈਂਟ ਐਕਟ ਹੈ ਜਿਹਦੇ ਵਿੱਚੋਂ ਬਹੁਤ ਸਾਰੇ ਪ੍ਰਿੰਸੀਪਲਸ ਇੰਬਾਈਬ ਕੀਤੇ ਗਏ ਨੇ ਆਪਣੇ ਕਨਸਟੀਟਿਊਸ਼ਨ ਵਿੱਚ। then ਲਾਸਟਲੀ ਆਉਂਦਾ ਆਪਣਾ ਆਜ਼ਾਦੀ ਦਾ ਐਕਟ, ਇੰਡੀਅਨ ਇੰਡੀਪੈਂਡੈਂਸ ਐਕਟ 1947। ਸੋ ਕਨਸਟੀਟਿਊਸ਼ਨ ਬਣਿਆ ਇਹਨਾਂ ਸਾਰੇ ਐਕਟਸ ਤੋਂ ਪਾਸ ਹੋ ਕੇ ਬਣਿਆ। ਸੋ ਇਹ ਸਾਰੇ ਹਿਸਟੋਰੀਕਲ ਬੈਕਗ੍ਰਾਉਂਡ ਦੇ ਵਿੱਚ ਆਪਾਂ ਨੇ ਇਸੇ ਤਰ੍ਹਾਂ ਲਾਈਨ ਵਾਈਜ਼ ਐਕਟਸ ਯਾਦ ਰੱਖਣੇ ਨੇ। ਸੋ ਸਟਾਰਟ ਕਰਨਾ ਹੈ 1773 ਤੋਂ ਤੇ ਇਹ ਐਕਟਸ ਖਤਮ ਹੁੰਦੇ ਨੇ 1947 ਵਿੱਚ। ਸੋ ਹੁਣ ਆਪਾਂ ਪਹਿਲੇ ਐਕਟ ਤੇ ਆਉਂਦੇ ਆ, ਰੈਗੂਲੇਟਿੰਗ ਐਕਟ ਆਫ 1773। ਬ੍ਰਿਟਿਸ਼ ਪਾਰਲੀਮੈਂਟ ਦੇ ਦੁਆਰਾ ਈਸਟ ਇੰਡੀਆ ਕੰਪਨੀ ਸੀ ਜਿਹੜੀ ਇੰਡੀਆ ਦੇ ਵਿੱਚ, ਉਹਨੂੰ ਕੰਟਰੋਲ ਕਰਨ ਦੇ ਲਈ, ਉਹਦਾ ਜੋ ਵੀ ਕਾਰਜਕਾਲ ਸੀ, ਕੰਮ ਸੀ, ਹਰ ਚੀਜ਼ ਨੂੰ ਰੈਗੂਲੇਟ ਕਰਨ ਦੇ ਲਈ ਪਹਿਲਾ ਜਿਹੜਾ ਇੰਪੋਰਟੈਂਟ ਕਦਮ ਚੁੱਕਿਆ ਗਿਆ ਸੀ ਉਹ ਇਸ ਐਕਟ ਦੇ ਦੁਆਰਾ ਚੁੱਕਿਆ ਗਿਆ ਸੀ, ਰੈਗੂਲੇਟਿੰਗ ਐਕਟ ਆਫ 1773। The first step was taken by British Parliament to control and regulate the affairs of East India Company in India। ਤੇ ਇਹਦੇ ਵਿੱਚ ਕੀ ਸੀ, ਜਿਹੜਾ ਗਵਰਨਰ ਸੀ ਬੰਗਾਲ ਦਾ, ਫੋਰਟ ਵਿਲੀਅਮ, ਐਜ਼ ਦ ਗਵਰਨਰ ਜਨਰਲ ਆਫ ਬੰਗਾਲ। ਸੋ ਗਵਰਨਰ ਆਫ ਬੰਗਾਲ ਨੂੰ ਡੈਜ਼ਿਗਨੇਸ਼ਨ ਦੇਤੀ ਸੀ ਗਵਰਨਰ ਜਨਰਲ ਦੀ। ਸੋ ਇਹ ਇੰਪੋਰਟੈਂਟ ਕੁਐਸਚਨ ਬਣਦਾ ਐਗਜ਼ਾਮ ਦੇ ਲਈ, ਕਾਫੀ ਵਾਰੀ ਡਾਇਰੈਕਟਲੀ ਪੁੱਛਿਆ ਜਾਂਦਾ ਹੈ ਵੀ ਕਿਹੜੇ ਐਕਟ ਦੇ ਅੰਦਰ ਗਵਰਨਰ ਜਨਰਲ ਆਫ ਬੰਗਾਲ ਇਹ ਜਿਹੜੀ ਇੰਪੋਰਟੈਂਟ ਡੈਜ਼ਿਗਨੇਸ਼ਨ ਹੈ ਕ੍ਰੀਏਟ ਕੀਤੀ ਗਈ। ਤੇ ਪਹਿਲੇ ਗਵਰਨਰ ਜਨਰਲ ਬੰਗਾਲ ਦੇ ਕੌਣ ਬਣੇ, ਅਨਦਰ ਇੰਪੋਰਟੈਂਟ ਕੁਐਸਚਨ, ਵਾਰਨ ਹਾਸਟਿੰਗ, very important ਨੇ। ਜਿਹੜਾ ਐਗਜ਼ੀਕਿਊਟਿਵ ਕਾਉਂਸਲ ਸੀ, ਜਿਹੜਾ ਮੇਨ ਕੰਮ ਦੇਖਦਾ ਸੀ, ਐਡਮਿਨਿਸਟ੍ਰੇਸ਼ਨ ਦੇਖਦਾ ਸੀ, ਗਵਰਨਰ ਜਨਰਲ ਦਾ ਜਿਹੜਾ ਐਗਜ਼ੀਕਿਊਟਿਵ ਕਾਉਂਸਲ ਸੀ ਉਹ ਤਿਆਰ ਕੀਤਾ ਗਿਆ। ਉਹਦੇ ਅੰਦਰ 4 ਮੈਂਬਰਸ ਰੱਖੇ ਗਏ, ਕੋਈ ਸੈਪਰੇਟ ਅਲੱਗ ਤੋਂ ਲੈਜਿਸਲੇਟਿਵ ਕਾਉਂਸਲ ਨਹੀਂ ਬਣਾਇਆ ਗਿਆ, ਸਿਰਫ ਇੱਕ ਚੀਜ਼ ਬਣਾਈ ਗਈ, ਐਗਜ਼ੀਕਿਊਟਿਵ ਕਾਉਂਸਲ। ਜਿਹੜੇ ਇਹ ਡਿਪਾਰਟਮੈਂਟਸ ਨੇ ਇਹ ਵੀ ਤੁਸੀਂ ਯਾਦ ਰੱਖਣੇ ਨੇ। ਸੋ ਸਿਰਫ ਤੁਸੀਂ ਐਗਜ਼ਾਮ ਦੇ ਲਈ ਉੱਪਰੋਂ ਐਕਟ ਨਹੀਂ ਪੜ੍ਹ ਕੇ ਜਾਣਾ, ਉਹਨਾਂ ਦੀ ਜਿਹੜੀਆਂ ਬਰੀਕੀਆਂ ਨੇ ਐਕਟ ਦੀਆਂ, ਕੁਐਸਚਨਸ ਇਹਨਾਂ ਚੋਂ ਹੀ ਬਣਦੇ ਨੇ। ਸੋ ਇਟ ਸਬੋਰਡੀਨੇਟਿਡ ਦ ਗਵਰਨਰਸ ਆਫ ਬੰਬੇ ਐਂਡ ਮਦਰਾਸ ਟੂ ਗਵਰਨਰ ਜਨਰਲ ਆਫ ਬੰਗਾਲ। ਸੋ ਉੱਪਰ ਕੀ ਆ ਗਿਆ, ਹੈੱਡ ਹੁਣ ਕੌਣ ਬਣ ਗਿਆ ਇਸ ਐਕਟ ਤੋਂ ਬਾਅਦ, ਗਵਰਨਰ ਜਨਰਲ ਆਫ ਬੰਗਾਲ। ਤੇ ਇਹਦੇ ਨੀਚੇ ਕੌਣ ਆ ਗਏ, 2 ਗਵਰਨਰ, ਇੱਕ ਆ ਗਿਆ ਬੰਬੇ ਦਾ ਗਵਰਨਰ, ਦੂਜਾ ਆ ਗਿਆ ਮਦਰਾਸ ਦਾ। ਸੁਪਰੀਮ ਕੋਰਟ ਇਸਟੈਬਲਿਸ਼ ਕੀਤੀ ਗਈ ਥੋੜੇ ਸਮੇਂ ਬਾਅਦ ਹੀ ਕਲਕੱਤੇ ਫੋਰਟ ਵਿਲੀਅਮ ਐਜ਼ ਏਪੈਕਸ ਕੋਰਟ, ਟਾਪ ਕੋਰਟ 1774 ਦੇ ਵਿੱਚ। Then it prohibited servants of company from engaging in any private trade। ਸੋ ਉਸ ਤੋਂ ਬਾਅਦ ਕੀ ਹੋਇਆ, ਬ੍ਰਿਟਿਸ਼ ਪਾਰਲੀਮੈਂਟ ਨੇ ਕਿਵੇਂ ਕੰਟਰੋਲ ਕੀਤਾ ਈਸਟ ਇੰਡੀਆ ਕੰਪਨੀ ਤੇ। ਬੇਸਿਕਲੀ ਜਦੋਂ ਇਹ ਕੋਰਟ ਬਣ ਗਈ, ਜਿਹੜੀਆਂ ਇੰਪੋਰਟੈਂਟ ਡੈਜ਼ਿਗਨੇਸ਼ਨਸ ਨੇ ਇਹ ਕ੍ਰੀਏਟ ਹੋ ਗਿਆ, ਉਸ ਤੋਂ ਬਾਅਦ ਜਿਹੜੀ ਬ੍ਰਿਟਿਸ਼ ਸਰਕਾਰ ਸੀ ਉਹਨੇ ਜੋ ਵੀ ਈਸਟ ਇੰਡੀਆ ਕੰਪਨੀ ਦੇ ਕੰਮ ਕਰਨ ਵਾਲੇ ਲੋਕ ਸੀ, ਸਰਵੈਂਟ ਸੀ, ਉਹਨਾਂ ਨੂੰ ਮਨਾ ਕਰਤਾ ਕਿ ਤੁਸੀਂ ਕਿਸੇ ਵੀ ਪ੍ਰਾਈਵੇਟ ਕੰਮ ਦੇ ਵਿੱਚ ਨਹੀਂ ਹੁਣ ਜਾ ਸਕਦੇ, ਨਾ ਹੀ ਕਿਸੇ ਤੋਂ ਤੁਸੀਂ ਰਿਸ਼ਵਤ ਲੈ ਸਕਦੇ ਹੋ। ਸੋ ਇਹ 2 ਇੰਪੋਰਟੈਂਟ ਚੈਕਸ ਕੰਟਰੋਲ ਲਗਾਏ ਗਏ ਈਸਟ ਇੰਡੀਆ ਕੰਪਨੀ ਦੇ ਸਰਵੈਂਟ ਉੱਤੇ। ਆਲਸੋ ਜਿਹੜੀ ਗਵਰਨਿੰਗ ਬਾਡੀ ਸੀ ਕੰਪਨੀ ਦੀ, ਜਿਹਨੂੰ ਕੋਰਟ ਆਫ ਡਾਇਰੈਕਟਰ ਕਿਹਾ ਜਾਂਦਾ ਸੀ, ਜਿਹੜਾ ਮੇਨ ਸਾਰਾ ਕੁਝ ਦੇਖਦੇ ਸੀ, ਰੈਵਨਿਊ ਵਗੈਰਾ, ਪੈਸੇ ਨਾਲ ਰਿਲੇਟਿਡ, ਉਹਨਾਂ ਨੂੰ ਵੀ ਇੱਕ ਡਾਇਰੈਕਸ਼ਨ ਦੇਤੀ ਕਿ ਤੁਸੀਂ ਜੋ ਵੀ ਰਿਪੋਰਟ ਬਣੂਗੀ ਰੈਵਨਿਊ ਨੂੰ ਲੈ ਕੇ, ਪ੍ਰੋਫਿਟਸ ਨੂੰ, ਪੈਸੇ ਨੂੰ, ਉਹ ਸਾਰੀ ਰਿਪੋਰਟ ਕਿਹਨੂੰ ਦੇਣੀ ਹੈ, ਬ੍ਰਿਟਿਸ਼ ਪਾਰਲੀਮੈਂਟ ਨੂੰ। ਸੋ ਇਹ ਇੰਪੋਰਟੈਂਟ 2-3 ਚੈਕਸ ਲਗਾਏ ਗਏ ਈਸਟ ਇੰਡੀਆ ਕੰਪਨੀ ਉੱਤੇ। ਨੈਕਸਟ ਆਉਂਦਾ ਪਿਟਸ ਇੰਡੀਆ ਐਕਟ 1784। ਦਿਸ ਇਜ਼ ਅਗੇਨ ਵੈਰੀ ਇੰਪੋਰਟੈਂਟ ਐਕਟ ਫॉर ਐਗਜ਼ਾਮ। ਸੋ ਬੇਸਿਕਲੀ ਇਸ ਐਕਟ ਦੇ ਅੰਦਰ ਜਿਹੜੀ ਈਸਟ ਇੰਡੀਆ ਕੰਪਨੀ ਹੈ ਉਹਦੇ ਕਮਰਸ਼ੀਅਲ ਤੇ ਪੋਲੀਟੀਕਲ ਫੰਕਸ਼ਨ, ਪਹਿਲਾਂ ਕੀ ਸੀਗਾ ਜਦੋਂ ਰੈਗੂਲੇਟਿੰਗ ਐਕਟ ਸੀਗਾ ਉਸ ਤੋਂ ਪਹਿਲਾਂ ਕੀ ਸੀ, ਮੇਨ ਜੋ ਵੀ ਇੰਡੀਆ ਦੇ ਵਿੱਚ ਕੰਟਰੋਲ ਸੀ ਉਹ ਈਸਟ ਇੰਡੀਆ ਕੰਪਨੀ ਦਾ ਹੀ ਸੀ। ਪਰ ਈਸਟ ਇੰਡੀਆ ਕੰਪਨੀ ਕਿਤੇ ਨਾ ਕਿਤੇ ਜਿਹੜੀ ਬ੍ਰਿਟਿਸ਼ ਪਾਰਲੀਮੈਂਟ ਸੀ, ਉੱਥੋਂ ਦੀ ਸਰਕਾਰ ਸੀ, ਉਹਨੂੰ ਹੌਲੀ ਹੌਲੀ ਤੰਗ ਕਰਨ ਲੱਗ ਗਈ ਸੀ, ਚੀਜ਼ਾਂ ਲੁਕਾਉਣ ਲੱਗ ਗਈ ਸੀ, ਜਿਵੇਂ ਰੈਵਨਿਊ ਵਗੈਰਾ ਕਰਕੇ। ਸੋ ਫਿਰ ਕੀ ਕੀਤਾ, ਜਿਹੜੀ ਬ੍ਰਿਟਿਸ਼ ਪਾਰਲੀਮੈਂਟ ਹੈ ਉਹਨੇ ਹੌਲੀ ਹੌਲੀ ਅਲੱਗ-ਅਲੱਗ ਲਾਅ ਪਾਸ ਕਰਕੇ, ਕਿਉਂਕਿ ਜਦੋਂ ਲਾਅ ਪਾਸ ਹੋ ਗਏ ਫਿਰ ਤਾਂ ਉਹ ਕੰਪਨੀ ਨੂੰ ਮੰਨਣੇ ਹੀ ਪੈਣੇ ਸੀਗੇ, ਉਹਨਾਂ ਨੇ ਕੀ ਕੀਤਾ, ਕੰਪਨੀ ਨੂੰ ਕਹਿਤਾ ਕਿ ਜਿਹੜੇ ਪੋਲੀਟੀਕਲ ਕੰਮ ਹੋਣਗੇ ਕੰਪਨੀ ਦੇ
ਉਹ ਅਲੱਗ ਰੱਖੇ ਜਾਣਗੇ। ਜਿਹੜਾ ਮੇਨ ਟ੍ਰੇਡ ਨਾਲ ਰਿਲੇਟਡ ਕੰਮ ਹੈ, ਕਮਰਸ਼ੀਅਲ ਕੰਮ ਹੈ, ਉਹਨੂੰ ਤੁਸੀਂ ਅਲੱਗ ਰੱਖੋ। ਕੋਰਟ ਆਫ ਡਾਇਰੈਕਟਰਸ ਫॉर ਕਮਰਸ਼ੀਅਲ ਫੰਕਸ਼ਨ ਐਂਡ ਬੋਰਡ ਆਫ ਕੰਟਰੋਲ ਫॉर ਪੋਲੀਟੀਕਲ ਅਫੇਅਰ। ਸੋ ਦੋ ਤਰ੍ਹਾਂ ਦੀਆਂ ਬਾਡੀਜ਼ ਬਣਾਤੀਆਂ। ਇੱਕ ਬਣਾਤੀ ਕੋਰਟ ਆਫ ਡਾਇਰੈਕਟਰਸ ਦੀ, ਜਿਹੜੇ ਕਮਰਸ਼ੀਅਲ ਕੰਮ ਦੇਖਣਗੇ। ਦੂਜੀ ਬਣਾਤੀ ਬੋਰਡ ਆਫ ਕੰਟਰੋਲ, ਜਿਹੜੇ ਪੋਲੀਟੀਕਲ ਕੰਮ ਦੇਖਣਗੇ। ਆਲਸੋ ਜਿਹੜੇ ਗਵਰਨਰ ਜਨਰਲ ਦੀ ਕਾਉਂਸਲ ਸੀ, ਪਹਿਲਾਂ ਕਿੰਨੇ ਸੀ? 4 ਮੈਂਬਰ, ਹੁਣ ਉਹਨੂੰ ਘਟਾ ਕੇ ਕਰਤੇ 3 ਮੈਂਬਰ ਇਸ ਐਕਟ ਤੋਂ ਬਾਅਦ। Place the Indian affair under the direct control of British government. This is very very important line. ਜੋ ਵੀ ਇੰਡੀਆ ਦੇ ਕੰਮ ਸੀ ਉਹ ਹੁਣ ਸਾਰੇ ਡਾਇਰੈਕਟਲੀ ਈਸਟ ਇੰਡੀਆ ਕੰਪਨੀ ਨੂੰ ਛੱਡ ਕੇ ਕਿਹਦੇ ਅੰਦਰ ਕਰਤੇ? ਬ੍ਰਿਟਿਸ਼ ਸਰਕਾਰ ਦੇ ਅੰਦਰ। The company's territories in India were called British possession in India. ਸੋ ਹੁਣ ਈਸਟ ਇੰਡੀਆ ਕੰਪਨੀ ਦਾ ਨਾਮ ਛੱਡ ਕੇ ਹੁਣ ਕੀ ਕਹਿਣ ਲੱਗੇ ਸੀ ਵੀ ਜੋ ਵੀ ਕੰਪਨੀ ਇੰਡੀਆ ਦੇ ਵਿੱਚ ਜਿੱਥੇ ਜਿੱਥੇ ਟੈਰੀਟਰੀ ਹੈ, ਕੰਟਰੋਲ ਹੈ, ਉਸ ਚੀਜ਼ ਨੂੰ ਕਿਹਾ ਜਾਊਗਾ ਬ੍ਰਿਟਿਸ਼ ਪੋਜੈਸ਼ਨ। ਮਤਲਬ ਕਿਤੇ ਨਾ ਕਿਤੇ ਹੁਣ ਬ੍ਰਿਟਿਸ਼ ਸਰਕਾਰ ਨੂੰ ਪਤਾ ਲੱਗ ਗਿਆ ਸੀ ਕਿ ਈਸਟ ਇੰਡੀਆ ਕੰਪਨੀ ਦੇ ਉੱਤੇ ਡਾਇਰੈਕਟਲੀ ਆਪਾਂ ਨੂੰ ਆਪਣਾ ਇੱਕ ਨਾਮ ਬਣਾਉਣ ਦੀ, ਕੰਟਰੋਲ ਲੈ ਕੇ ਆਉਣ ਦੀ ਜ਼ਰੂਰਤ ਹੈ। ਸੋ ਕੰਪਨੀ ਟੈਰੀਟਰੀਜ਼ ਦਾ ਨਾਮ ਬਦਲ ਕੇ ਰੱਖਤਾ ਬ੍ਰਿਟਿਸ਼ ਪੋਜੈਸ਼ਨ, ਕਿ ਬ੍ਰਿਟਿਸ਼ ਦੀ ਇਹ ਪੋਜੈਸ਼ਨ ਹੈ ਅਸਲੀ, ਜਿੱਥੇ ਜਿੱਥੇ ਕੰਪਨੀ ਚੱਲ ਰਹੀ ਹੈ। Governors Council were established in Madras and Bombay. Next is Charter Act 1813. ਸੋ ਜਿਹੜੀ ਕੰਪਨੀ ਦੀ ਮੋਨੋਪੋਲੀ ਸੀ, ਪਹਿਲਾਂ ਸਿਰਫ ਆਪਣੀ ਕੱਲੀ ਕੰਟਰੀ, ਸਾਰਾ ਜੋ ਇੰਡੀਆ ਦਾ ਜਿੰਨਾ ਵੀ ਟ੍ਰੇਡ ਸੀ ਸਾਰੇ ਉੱਤੇ ਕੱਲੀ ਕੰਪਨੀ ਦਾ ਰੂਲ ਸੀਗਾ, ਆਪਣੀ ਮੋਨੋਪੋਲੀ ਚਲਾਉਂਦੀ ਸੀ, ਆਪਣੀ ਮਰਜ਼ੀ ਚਲਾਉਂਦੀ ਸੀ, ਕੋਈ ਵੀ ਕੰਪੀਟੀਟਰ ਨਹੀਂ ਸੀ, ਕੁਝ ਨਹੀਂ ਸੀਗਾ। ਸੋ ਹੁਣ ਇਹ ਚੀਜ਼ ਚਾਰਟਰ ਐਕਟ 1813 ਦੇ ਅੰਦਰ ਬੰਦ ਕਰਤੀ, ਖਤਮ ਕਰਤੀ। ਸੋ ਕੰਪਨੀ ਜਿਹੜੀ ਕੱਲੀ ਇੰਡੀਆ ਦੇ ਵਿੱਚ ਟ੍ਰੇਡ ਕਰਦੀ ਸੀ ਉਸ ਚੀਜ਼ ਨੂੰ ਟਰਮੀਨੇਟ ਕਰਦਾ। ਇੰਡੀਆ ਦੇ ਵਿੱਚ ਜਿੰਨੇ ਵੀ ਹੋਰ ਬ੍ਰਿਟਿਸ਼ ਸਬਜੈਕਟ ਸੀ ਸਾਰਿਆਂ ਦੇ ਨਾਲ ਟ੍ਰੇਡ ਨੂੰ, ਕਾਰੋਬਾਰ ਨੂੰ ਖੋਲ ਦਿੱਤਾ ਗਿਆ। ਟ੍ਰੇਡ ਵਿਦ ਇੰਡੀਆ ਓਪਨ ਟੂ ਆਲ ਬ੍ਰਿਟਿਸ਼ ਸਬਜੈਕਟਸ। 1833 ਜਿਹੜਾ ਨੈਕਸਟ ਚਾਰਟਰ ਐਕਟ ਹੈ, ਇਹਦੇ ਅੰਦਰ ਜਿਹੜਾ ਬੰਗਾਲ ਦਾ ਗਵਰਨਰ ਜਨਰਲ ਸੀ, ਪਹਿਲਾ ਗਵਰਨਰ ਜਨਰਲ ਕੌਣ ਸੀ? ਵਾਰਨ ਹਾਸਟਿੰਗ। ਇਹ ਮੈਂ ਤੁਹਾਨੂੰ ਬਾਰ-ਬਾਰ ਨਾਮ ਰਿਵਾਈਜ਼ ਕਰਵਾ ਰਹੀ ਹਾਂ ਕਿਉਂਕਿ ਐਗਜ਼ਾਮ ਦੇ ਵਿੱਚ ਇਹੀ ਬੇਸਿਕ ਕੁਐਸਚਨ ਡਾਇਰੈਕਟਲੀ ਪੁੱਛੇ ਜਾਂਦੇ ਨੇ ਤੇ ਬਹੁਤ ਵਾਰੀ ਰਿਪੀਟ ਹੁੰਦੇ ਨੇ। ਸੋ 1833 ਦੇ ਵਿੱਚ ਜਿਹੜਾ ਗਵਰਨਰ ਜਨਰਲ ਬੰਗਾਲ ਦੀ ਇਹ ਡੈਜ਼ਿਗਨੇਸ਼ਨ ਸੀ, ਜਿਹੜੀ ਆਪਣੇ ਕੋਲ ਰੈਗੂਲੇਟਿੰਗ ਐਕਟ ਦੇ ਜ਼ਰੀਏ ਆਈ, ਉਹਨੂੰ ਹੁਣ ਬਦਲ ਕੇ ਕਰਤਾ ਗਵਰਨਰ ਜਨਰਲ ਆਫ ਇੰਡੀਆ। ਦਿਸ ਇਜ਼ ਅਗੇਨ ਵੈਰੀ ਵੈਰੀ ਇੰਪੋਰਟੈਂਟ। ਤੇ ਪਹਿਲੇ ਗਵਰਨਰ ਜਨਰਲ ਆਫ ਇੰਡੀਆ ਕੌਣ ਬਣੇ? ਲਾਰਡ ਵਿਲੀਅਮ ਬੈਂਟਿੰਗ। another important name. ਸੋ ਇਹ ਦੋ ਚੀਜ਼ਾਂ ਤਾਂ ਤੁਹਾਨੂੰ ਟਿਪਸ ਤੇ ਹੋਣੀਆਂ ਚਾਹੀਦੀਆਂ ਨੇ ਜਦੋਂ ਵੀ ਤੁਸੀਂ ਇਹ ਬੈਕਗ੍ਰਾਉਂਡ ਦੇ ਕੁਐਸਚਨ ਤਿਆਰ ਕਰਨੇ ਨੇ। ਇੱਕ ਪਹਿਲੇ ਗਵਰਨਰ ਜਨਰਲ ਬੰਗਾਲ ਕੌਣ ਸੀ? ਵਾਰਨ ਹਾਸਟਿੰਗ। ਪਹਿਲੇ ਗਵਰਨਰ ਜਨਰਲ ਇੰਡੀਆ ਦੇ ਕੌਣ ਸੀ? ਲਾਰਡ ਵਿਲੀਅਮ ਬੈਂਟਿੰਗ। ਤੇ ਇਹ ਆਖਰੀ ਸਟੈਪ ਸੀ ਟੁਵਰਡ ਸੈਂਟਰਲਾਈਜੇਸ਼ਨ ਇਨ ਬ੍ਰਿਟਿਸ਼ ਇੰਡੀਆ। ਸੋ ਬੇਸਿਕਲੀ ਇਹ ਜਿਹੜਾ ਐਕਟ ਸੀ 1833 ਵਾਲਾ, ਇਹਨੇ ਇੱਕ ਐਂਡ ਸਟੈਪ ਚੱਕਿਆ। ਜਿੰਨੇ ਵੀ ਈਸਟ ਇੰਡੀਆ ਕੰਪਨੀ ਦੇ ਐਕਟੀਵਿਟੀਜ਼ ਸੀਗੀਆਂ ਐਸ ਕਮਰਸ਼ੀਅਲ ਬਾਡੀ, ਉਹਨਾਂ ਸਾਰਿਆਂ ਨੂੰ ਖਤਮ ਕਰਤਾ ਤੇ ਪਿਓਰਲੀ ਉਹਨੂੰ ਇੱਕ ਐਡਮਿਨਿਸਟ੍ਰੇਟਿਵ ਬਾਡੀ ਬਣਾਤਾ। ਨੈਕਸਟ ਆਉਂਦਾ 1853। ਲੈਜਿਸਲੇਟਿਵ ਐਂਡ ਐਗਜ਼ੈਕਟਿਵ ਫੰਕਸ਼ਨ ਆਫ ਗਵਰਨਰ ਜਨਰਲਸ ਕਾਉਂਸਲ ਵਰ ਸੈਪਰੇਟਿਡ। ਪਹਿਲਾਂ ਆਪਾਂ ਨੇ ਕੀ ਪੜ੍ਹਿਆ ਸੀ ਵੀ ਜਿਹੜਾ ਇੱਕ ਹੀ ਹਾਊਸ ਸੀਗਾ, ਕੋਈ ਅਲੱਗ ਤੋਂ ਨਹੀਂ ਸੀਗਾ, ਇੱਕ ਹੀ ਕਾਉਂਸਲ ਸੀਗਾ ਜਿਹਦੇ ਪਹਿਲਾਂ 4 ਮੈਂਬਰ ਸੀ, ਫਿਰ 3 ਕਰ ਦਿੱਤੇ ਗਏ। ਹੁਣ ਕੀ ਕੀਤਾ? ਦੋ ਤਰ੍ਹਾਂ ਦੇ ਕਾਉਂਸਲ ਬਣਾਤੇ, ਲੈਜਿਸਲੇਟਿਵ ਵਾਲਾ ਅਲੱਗ, ਐਗਜ਼ੈਕਟਿਵ ਵਾਲਾ ਅਲੱਗ। ਤੇ ਸੈਂਟਰਲ ਲੈਜਿਸਲੇਟਿਵ ਕਾਉਂਸਲ ਦੇ ਵਿੱਚ 6 ਮੈਂਬਰ ਸੀ ਤੇ ਜਿਹੜੇ 4 ਸੀ, ਇਹ 6 ਮੈਂਬਰਸ ਦੇ ਵਿੱਚੋਂ 4 ਸੀ ਉਹ ਪ੍ਰੋਵਿੰਸ਼ੀਅਲ ਗਵਰਨਮੈਂਟਸ ਦੇ ਏਰੀਆਜ਼ ਚੋਂ ਅਪੁਆਇੰਟ ਕੀਤੇ, ਮਦਰਾਸ, ਬੰਬੇ, ਬੰਗਾਲ ਤੇ ਆਗਰੇ ਦੇ ਵਿੱਚੋਂ। ਤੇ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਫੀਚਰ ਹੈ 1853 ਐਕਟ ਦਾ, ਜਿਹੜਾ ਇਹ ਐਕਟ ਹੈ ਇਹਨੇ ਸਿਵਲ ਸਰਵਿਸਿਜ਼ ਦੇ ਲਈ ਓਪਨ ਕੰਪੀਟੀਸ਼ਨ ਦਾ ਸਿਸਟਮ ਤਿਆਰ ਕੀਤਾ। ਜਿਵੇਂ ਹੁਣ ਆਪਾਂ ਸਿਵਲ ਸਰਵਿਸਿਜ਼ ਦੇ ਲਈ UPSC ਦਾ ਐਗਜ਼ਾਮ ਦਿੰਨੇ ਆ, ਸੋ ਜਿਹੜੀ ਉਹ ਚੀਜ਼ ਹੈ ਇਹਦਾ ਬੈਕਗ੍ਰਾਉਂਡ ਕਿੱਥੋਂ ਆਉਂਦਾ ਹੈ? ਇਸ ਐਕਟ ਦੇ ਵਿੱਚੋਂ ਆਉਂਦਾ ਹੈ। It introduced a system of open competition as the basis for recruitment of civil servants of company. Indian civil service opened for all. Very important question. So next is ਗਵਰਨਮੈਂਟ ਆਫ ਇੰਡੀਆ ਐਕਟ 1858। ਸੋ ਆਪਾਂ ਨੇ ਪੜ੍ਹਿਆ ਵੀ ਰੈਗੂਲੇਟਿੰਗ ਐਕਟ ਤੋਂ ਸ਼ੁਰੂ ਹੋ ਕੇ ਜਿਹੜੀ ਕਰਾਊਨ ਸੀ ਉਹਨੂੰ ਡਾਊਟ ਹੋਣ ਲੱਗ ਗਿਆ ਸੀ ਕੰਪਨੀ ਦੇ ਇੰਡੀਆ ਦੇ ਵਿੱਚ ਜਿਹੜੇ ਇੰਟੈਂਸ਼ਨ ਸੀ ਉਹਨਾਂ ਨੂੰ ਲੈ ਕੇ।
ਸੋ ਬ੍ਰਿਟਿਸ਼ ਕਰਾਊਨ ਨੇ ਪੂਰੀ ਤਰ੍ਹਾਂ ਕੰਪਨੀ ਦੇ ਰੂਲ ਨੂੰ ਖਤਮ ਕਰਤਾ 1858 ਦੇ ਐਕਟ ਦੇ ਅੰਦਰ। ਪੂਰੀ ਤਰ੍ਹਾਂ ਹੁਣ ਰੂਲ ਆਫ ਕੰਪਨੀ ਰਿਪਲੇਸ ਕਰ ਲਿਆ ਸੀ ਬਾय ਰੂਲ ਆਫ ਕਰਾਊਨ ਇਨ ਇੰਡੀਆ। ਸੋ ਬ੍ਰਿਟਿਸ਼ ਕਰਾਊਨ ਜੋ ਕੁਈਨ ਸੀ ਇੰਗਲੈਂਡ ਵਿੱਚ ਬੈਠੀ ਸੀ, ਉਹਨਾਂ ਦੀ ਜਿਹੜੀ ਪਾਵਰ ਸੀ ਇੰਡੀਆ ਦੇ ਵਿੱਚ ਕੌਣ ਐਕਸਰਸਾਈਜ਼ ਕਰੂਗਾ? ਸੈਕਟਰੀ ਆਫ ਸਟੇਟ ਫॉर ਇੰਡੀਆ। ਸੋ ਸੈਕਟਰੀ ਫॉर ਸਟੇਟ ਇੰਡੀਆ ਇਹਨਾਂ ਦੀ ਮਦਦ ਕਰੂ ਇੱਕ ਕਾਉਂਸਲ। ਸੋ ਇਸ ਕਾਉਂਸਲ ਦੇ ਅੰਦਰ ਹੋਣਗੇ 15 ਮੈਂਬਰ। ਸੋ ਇੱਕ ਨਵੀਂ ਡੈਜ਼ਿਗਨੇਸ਼ਨ ਕ੍ਰੀਏਟ ਹੋ ਗਈ। He was vested with complete authority and control over Indian administration through Viceroy as his agent. ਸੋ ਇਸ ਦਾ ਏਜੰਟ ਕੌਣ ਸੀ? ਸੋ ਹੁਣ ਜਿਵੇਂ ਪਹਿਲਾਂ ਆਪਾਂ ਨੇ ਕੀ ਕੀਤਾ, ਸਟਾਰਟਿੰਗ ਵਿੱਚ ਸੀ ਗਵਰਨਰ ਜਨਰਲ, ਫਿਰ ਆਇਆ ਗਵਰਨਰ ਜਨਰਲ ਆਫ ਬੰਗਾਲ, ਦੈਨ ਗਵਰਨਰ ਜਨਰਲ ਆਫ ਇੰਡੀਆ। ਸੋ ਹੁਣ ਚੌਥੀ ਉਰੇ ਪੋਜੀਸ਼ਨ ਆ ਗਈ ਇੰਪੋਰਟੈਂਟ, ਵਾਇਸਰॉय ਆਫ ਇੰਡੀਆ। ਸੋ ਇਹ ਵੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਬਣਦਾ ਕਿ ਪਹਿਲੇ ਵਾਇਸਰॉय ਕੌਣ ਸੀ ਇੰਡੀਆ ਦੇ? ਸੋ ਉਹ ਸੀ ਲਾਰਡ ਕੈਨਿੰਗ। ਸੋ ਤੁਸੀਂ ਇਹ ਨਾਮ ਯਾਦ ਰੱਖਣੇ ਨੇ, ਵਾਰਨ ਹੈਸਟਿੰਗਸ ਦਾ, ਦੈਨ ਬੈਂਟਿਕ ਐਂਡ ਥਰਡ ਲਾਰਡ ਕੈਨਿੰਗ। ਤੇ ਉਸ ਤੋਂ ਬਾਅਦ ਇੱਕ ਇੰਪੋਰਟੈਂਟ ਚੀਜ਼, ਜਿਹੜੇ ਪਹਿਲਾਂ ਪੋਲੀਟੀਕਲ ਤੇ ਕਮਰਸ਼ੀਅਲ ਅਫੇਅਰ ਅਲੱਗ-ਅਲੱਗ ਕਰਨ ਦੇ ਲਈ ਦੋ ਬਾਡੀਜ਼ ਕ੍ਰੀਏਟ ਕੀਤੀਆਂ ਗਈਆਂ ਸੀ, ਬੋਰਡ ਆਫ ਕੰਟਰੋਲ ਤੇ ਕੋਰਟ ਆਫ ਡਾਇਰੈਕਟਰਸ। ਸੋ ਹੁਣ ਜਦ ਕੰਪਨੀ ਹੀ ਨਹੀਂ ਰਹੀ ਤਾਂ ਇਹ ਦੋ ਬਾਡੀਜ਼ ਨੂੰ ਵੀ ਅਬੋਲਿਸ਼ ਕਰਤਾ, ਖਤਮ ਕਰਤਾ। ਸੋ ਤੁਸੀਂ ਯਾਦ ਰੱਖਣਾ ਹੈ 1858 ਜਾ ਕੇ ਪੂਰੀ ਤਰ੍ਹਾਂ ਇੰਡੀਆ ਕਿਹਦੇ ਕੰਟਰੋਲ ਚ ਆ ਗਈ? ਡਾਇਰੈਕਟਲੀ ਬ੍ਰਿਟਿਸ਼ ਕਰਾਊਨ ਦੇ। ਨੈਕਸਟ 1861 ਇੰਡੀਅਨ ਕਾਉਂਸਲਸ ਐਕਟ। ਸੋ ਪਹਿਲੀ ਵਾਰੀ ਇਸ ਐਕਟ ਦੇ ਜ਼ਰੀਏ ਇੰਟਰੋਡਕਸ਼ਨ ਹੋਈ ਇੰਡੀਅਨ ਰੈਪ੍ਰਜ਼ੈਂਟੇਸ਼ਨ ਦੀ ਇਨ ਦ ਇੰਸਟੀਟਿਊਸ਼ਨ ਆਫ ਵਾਇਸਰॉय ਐਗਜ਼ੀਕਿਊਟਿਵ ਲੈਜਿਸਲੇਟਿਵ ਕਾਉਂਸਲ ਨॉन ऑफिशियल। ਸੋ ਪਹਿਲੀ ਵਾਰੀ ਇੰਡੀਅਨ ਮੈਂਬਰਸ ਆਏ ਵਾਇਸਰॉय ਦੇ ਐਗਜ਼ੀਕਿਊਟਿਵ ਦੇ ਵਿੱਚ ਤੇ ਲੈਜਿਸਲੇਟਿਵ ਕਾਉਂਸਲ ਵਿੱਚ। ਇੰਡੀਅਨਸ ਦੀ ਰੈਪ੍ਰਜ਼ੈਂਟੇਸ਼ਨ, ਉਹਨਾਂ ਦੀ ਇੱਕ ਤੁਸੀਂ ਕਹਿ ਸਕਦੇ ਹੋ ਵੀ ਇਨਵੋਲਵਮੈਂਟ ਦਾ ਪਹਿਲਾ ਸਟੈਪ ਸੀ 1861 ਦਾ ਐਕਟ। ਸੋ ਪਹਿਲੀ ਵਾਰੀ ਕਿੰਨੇ ਇੰਡੀਅਨਸ ਨੇ ਐਂਟਰੀ ਲਈ ਲੈਜਿਸਲੇਟਿਵ ਕਾਉਂਸਲ ਵਿੱਚ? 3 ਇੰਡੀਅਨਸ ਨੇ। ਸੋ ਇਹ ਤੁਸੀਂ ਨੰਬਰ ਵੀ ਐਜ਼ ਇਟ ਇਜ਼ ਯਾਦ ਰੱਖਣਾ ਹੈ ਤੇ ਕਿਹਦੇ ਵਿੱਚ? ਲੈਜਿਸਲੇਟਿਵ ਕਾਉਂਸਲ। ਦਿਸ ਇਜ਼ ਆਲਸੋ ਵੈਰੀ ਇੰਪੋਰਟੈਂਟ ਟੂ ਰਿਮੈਂਬਰ। ਜਿਹੜੇ ਲੈਜਿਸਲੇਟਿਵ ਕਾਉਂਸਲ ਸੀ ਉਹ ਸੈਂਟਰ ਦੇ ਵਿੱਚ ਵੀ ਬਣਾਏ ਗਏ, ਪ੍ਰੋਵਿੰਸਸ ਦੇ ਵਿੱਚ ਵੀ ਬਣਾਏ ਗਏ। ਦੈਨ ਇਸ ਐਕਟ ਨੇ ਇੱਕ ਹੋਰ ਚੀਜ਼ ਤਿਆਰ ਕੀਤੀ, ਵਾਇਸਰॉय ਦਾ ਐਗਜ਼ੀਕਿਊਟਿਵ ਕਾਉਂਸਲ, ਤੇ ਉਹਦੇ ਵਿੱਚ ਕਿਹਾ ਗਿਆ ਕਿ ਕੁਝ ਨਾਨ ਆਫੀਸ਼ੀਅਲ ਮੈਂਬਰ ਜਿਨ੍ਹਾਂ ਦੀ ਡਾਇਰੈਕਟਲੀ ਕੋਈ ਸੇ ਨਹੀਂ ਹੋਊਗੀ, ਕਿਸੇ ਵੀ ਚੀਜ਼ ਵਿੱਚ ਉਹ ਡਾਇਰੈਕਟਲੀ ਨਹੀਂ ਬੋਲ ਸਕਦੇ, ਪਰ ਸਟਿਲ ਕੁਝ ਇੰਡੀਅਨਸ ਨੂੰ ਐਡ ਕੀਤਾ ਗਿਆ ਵਾਇਸਰॉय ਦੇ ਐਗਜ਼ੀਕਿਊਟਿਵ ਕਾਉਂਸਲ ਵਿੱਚ। ਸੋ ਤੁਸੀਂ ਯਾਦ ਰੱਖਣਾ ਹੈ 3 ਇੰਡੀਅਨਸ ਲੈਜਿਸਲੇਟਿਵ ਕਾਉਂਸਲ ਵਿੱਚ ਆ ਗਏ, ਐਗਜ਼ੀਕਿਊਟਿਵ ਕਾਉਂਸਲ ਵਿੱਚ ਆ ਗਏ ਕੁਝ ਇੰਡੀਅਨਸ ਐਜ਼ ਨਾਨ ਆਫੀਸ਼ੀਅਲ ਮੈਂਬਰ। ਆਲਸੋ ਜਿਹੜਾ ਪੋਰਟਫੋਲੀਓ ਸਿਸਟਮ ਹੈ ਉਸ ਚੀਜ਼ ਨੂੰ ਰੈਕੋਗਨੀਸ਼ਨ ਮਿਲੀ 1861 ਦੇ ਐਕਟ ਅੰਦਰ। ਸੋ ਨੈਕਸਟ ਆਉਂਦਾ 1892 ਐਕਟ। ਇਹਦੇ ਅੰਦਰ ਇੱਕ ਤਾਂ ਸਭ ਤੋਂ ਇੰਪੋਰਟੈਂਟ ਚੀਜ਼ ਵੀ ਪਹਿਲੀ ਵਾਰੀ ਇੰਡੀਆ ਦੇ ਅੰਦਰ ਇਨਡਾਇਰੈਕਟ ਇਲੈਕਸ਼ਨਸ ਨੋਮੀਨੇਸ਼ਨ ਦੇ ਜ਼ਰੀਏ ਇਸ ਚੀਜ਼ ਦੀ ਸਟਾਰਟਿੰਗ ਹੋਈ, ਇੰਟਰੋਡਕਸ਼ਨ ਹੋਈ। ਲੈਜਿਸਲੇਟਿਵ ਕਾਉਂਸਲ ਦਾ ਸਾਈਜ਼ ਵਧਾਤਾ, ਮੈਂਬਰਸ ਵਧਾਤੇ ਤੇ ਨਾਲ ਹੀ ਫੰਕਸ਼ਨਸ ਵੀ ਇਨਲਾਰਜ ਕਰਤੇ। ਹੁਣ ਕਿਸੇ ਪਾਵਰ ਦੇਤੀ ਲੈਜਿਸਲੇਟਿਵ ਕਾਉਂਸਲ ਨੂੰ ਕਿ ਉਹ ਡਿਸਕਸ ਕਰ ਸਕਦੇ ਨੇ ਕਿਸੇ ਵੀ ਬਜਟ ਨੂੰ ਜਾਂ ਜੋ ਵੀ ਕੁਐਸਚਨਸ ਨੇ ਐਗਜ਼ੀਕਿਊਟਿਵ ਨੂੰ ਉਹਨਾਂ ਨੂੰ ਐਡਰੈਸ ਕਰ ਸਕਦੇ ਨੇ। ਸੋ ਇਸ ਤਰ੍ਹਾਂ ਦੇ ਨਾਲ ਇੱਕ ਦੋ ਇੰਪੋਰਟੈਂਟ ਫੰਕਸ਼ਨਸ ਨੇ ਉਹ ਹੋਰ ਐਡ ਕਰਤੇ ਲੈਜਿਸਲੇਟਿਵ ਕਾਉਂਸਲ ਦੇ ਫੰਕਸ਼ਨਸ ਨੂੰ ਐਨਲਾਰਜ ਕਰਨ ਦੇ ਲਈ, ਵਧਾਉਣ ਦੇ ਲਈ। ਨੈਕਸਟ ਕਮ ਵੈਰੀ ਇੰਪੋਰਟੈਂਟ ਐਕਟ। ਬਹੁਤ ਵਾਰੀ ਇਹਦੇ ਚ ਕੁਐਸਚਨ ਆਉਂਦੇ ਨੇ ਤੇ ਇਸ ਐਕਟ ਨੂੰ ਕਾਮਨਲੀ ਆਪਾਂ ਜਾਣਦੇ ਆ ਮੋਰਲੇ ਮਿੰਟੋ ਰਿਫਾਰਮ ਦੇ ਨਾਮ ਦੇ ਨਾਲ। ਸੋ ਦਿਸ ਐਕਟ ਇਜ਼ ਆਲਸੋ ਨੋਨ ਐਜ਼ ਮੋਰਲੇ ਮਿੰਟੋ ਰਿਫਾਰਮ। ਸੋ ਆਪਾਂ ਨੇ ਪਿੱਛੇ ਗੱਲ ਕੀਤੀ ਸੀ ਕਿ ਇੰਟਰੋਡਕਸ਼ਨ ਹੋਈ ਇਨਡਾਇਰੈਕਟ ਇਲੈਕਸ਼ਨਸ ਦੀ ਨੋਮੀਨੇਸ਼ਨ ਦੇ ਜ਼ਰੀਏ, ਪਰ ਇਸ ਐਕਟ ਨੇ ਡਾਇਰੈਕਟ ਇਲੈਕਸ਼ਨ ਸਟਾਰਟ ਕਰਤੀਆਂ ਲੈਜਿਸਲੇਟਿਵ ਕਾਉਂਸਲ ਦੇ ਅੰਦਰ। ਸੋ ਫਰਸਟ ਅਟੈਂਪਟ ਐਟ ਇੰਟਰੋਡਿਊਸਿੰਗ ਅ ਰੈਪ੍ਰਜ਼ੈਂਟੇਟਿਵ ਐਂਡ ਪੋਪੂਲਰ ਐਲੀਮੈਂਟ। ਆਲਸੋ ਜਿਹੜਾ ਸੈਂਟਰਲ ਲੈਜਿਸਲੇਟਿਵ ਕਾਉਂਸਲ ਸੀ ਇਸ ਨਾਮ ਨੂੰ ਬਦਲ ਕੇ ਸੈਂਟਰਲ ਦੀ ਬਜਾਏ ਵਰਡ ਕਰਤਾ ਇੰਪੀਰੀਅਲ। ਸੋ ਇਹ ਨਾਮ ਵੀ ਚੇਂਜ ਹੋ ਗਿਆ। ਤੇ ਜਿਹੜੇ ਮੈਂਬਰ ਸੀ ਸੈਂਟਰਲ ਲੈਜਿਸਲੇਟਿਵ ਕਾਉਂਸਲ ਦੇ ਉਹ ਪਹਿਲਾਂ ਸੀ ਸਿਰਫ 16, ਸੋ ਉਹਨਾਂ ਨੂੰ ਵਧਾ ਕੇ ਕਰਤਾ 60। ਇਹ ਕੁਐਸਚਨ ਡਾਇਰੈਕਟਲੀ ਐਗਜ਼ਾਮ ਵਿੱਚ ਬਾਰ-ਬਾਰ ਪੁੱਛਿਆ ਜਾਂਦਾ ਹੈ ਕਿ ਕਿੰਨੇ ਮੈਂਬਰਸ ਇਨਕਰੀਜ਼ ਕੀਤੇ। ਸੋ 16 ਤੋਂ 60 ਕਰਤੇ ਸੈਂਟਰਲ ਲੈਜਿਸਲੇਟਿਵ ਕਾਉਂਸਲ ਦੇ ਮੈਂਬਰ 1909 ਐਕਟ ਦੇ ਅੰਦਰ। ਇੱਕ ਹੋਰ ਬਹੁਤ ਇੰਪੋਰਟੈਂਟ ਚੀਜ਼ ਹੈ ਕਮਿਊਨਲ ਰੈਪ੍ਰਜ਼ੈਂਟੇਸ਼ਨ। ਸੋ ਜਾਤ ਪਾਤ ਦੇ ਨਾਮ ਉੱਤੇ ਇੱਕ ਅਲੱਗ ਤੋਂ ਰੈਪ੍ਰਜ਼ੈਂਟੇਸ਼ਨ, ਕਈ ਕਮਿਊਨਿਟੀ ਨੂੰ ਇੱਕ ਉਹਨਾਂ ਨੂੰ ਕਿਹਾ ਕਿ ਤੁਹਾਨੂੰ
ਇਲੈਕਸ਼ਨਸ ਦੇ ਜ਼ਰੀਏ ਸੈਪਰੇਟ ਇਲੈਕਟੋਰੇਟ ਦਾ ਜਿਹੜਾ ਕੰਸੈਪਟ ਹੈ ਉਹ ਦੇ ਰਹੇ ਹਾਂ। ਸੋ ਮੁਸਲਿਮਸ ਦੇ ਲਈ ਕਮਿਊਨਲ ਰੈਪਰੈਜ਼ੈਂਟੇਸ਼ਨ ਦਾ ਇੱਕ ਸਿਸਟਮ ਇੰਟਰੋਡਿਊਸ ਕੀਤਾ ਗਿਆ 1909 ਐਕਟ ਦੇ ਅੰਦਰ। ਸੋ ਇਹ ਕੁਐਸਚਨ ਵੀ ਬਾਰ-ਬਾਰ ਡਾਇਰੈਕਟਲੀ ਐਗਜ਼ਾਮ ਵਿੱਚ ਆਉਂਦਾ ਹੈ। Also, Indians for the first time in Viceroy's Executive Council. So directly Executive Council ਦੇ ਵਿੱਚ ਪਹਿਲੀ ਵਾਰ ਇੰਡੀਅਨਸ ਆਏ ਤੇ ਪਹਿਲੇ ਇੰਡੀਅਨ ਕੌਣ ਸੀ? ਸੋ ਉਹ ਸੀ ਸਤੇਂਦਰ ਪ੍ਰਸਾਦ ਸਿਨਹਾ, ਇਹ ਸੀ ਲਾਅ ਮੈਂਬਰ। ਸੋ ਇਹ ਵੀ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਬਣਦਾ ਹੈ ਕਿ ਕਿਹੜੇ ਪਹਿਲੇ ਇੰਡੀਅਨ ਸੀ ਜਿਹੜੇ ਕਿ ਐਗਜ਼ੈਕਟਿਵ ਕਾਉਂਸਲ ਦੇ ਮੈਂਬਰ ਬਣੇ, ਵਾਇਸਰॉय ਦੇ ਐਗਜ਼ੈਕਟਿਵ ਕਾਉਂਸਲ ਦੇ। ਸੋ ਇਹ ਤੁਸੀਂ SP ਸਿਨਹਾ ਨਾਮ ਯਾਦ ਰੱਖਣਾ ਹੈ ਤੇ ਇਹ ਬਣੇ ਸੀ ਲਾਅ ਮੈਂਬਰ। ਸੋ ਜਿਹੜਾ 1909 ਵਾਲਾ ਐਕਟ ਹੋ ਗਿਆ ਜਾਂ ਫਿਰ ਇਸ ਤੋਂ ਅੱਗੇ ਆਪਾਂ ਕਰਾਂਗੇ 1919 ਵਾਲਾ, ਜਿਹੜੇ ਇਹ ਐਕਟ ਨੇ ਇਹ ਤਾਂ ਤੁਸੀਂ ਬਿਲਕੁਲ ਵੀ ਮਿਸ ਨਹੀਂ ਕਰਨੇ ਕਿਉਂਕਿ ਤੁਹਾਨੂੰ ਹਿਸਟਰੀ ਦੇ ਅੰਦਰ, ਕਨਸਟੀਟਿਊਸ਼ਨ ਬੈਕਗ੍ਰਾਉਂਡ ਦੇ ਅੰਦਰ ਕਿਸੇ ਵੀ ਫਾਰਮ ਦੇ ਵਿੱਚ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਦੇ ਹੀ ਮਿਲਦੇ ਨੇ। ਨੈਕਸਟ 1919 ਗਵਰਨਮੈਂਟ ਆਫ ਇੰਡੀਆ ਐਕਟ। ਇਸ ਐਕਟ ਨੂੰ ਆਪਾਂ ਕਾਮਨਲੀ ਜਾਣਦੇ ਹਾਂ ਮੌਂਟੇਗ ਚੈਮਸਫੋਰਡ ਰਿਫਾਰਮ ਦੇ ਨਾਮ ਦੇ ਨਾਲ। ਜਿਹੜਾ ਇਹ ਐਕਟ ਸੀ ਇਹਨੇ ਸੈਂਟਰ ਦੇ ਜਿਹੜੇ ਸਬਜੈਕਟ ਸੀ ਉਹਨਾਂ ਨੂੰ ਅਲੱਗ ਕਰਤਾ ਸੀ ਪ੍ਰੋਵਿੰਸ਼ੀਅਲ ਸਬਜੈਕਟਸ ਨਾਲੋਂ। ਤੇ ਡਿਆਰਕੀ ਕੀ ਹੈ? ਡੂਅਲ ਗਵਰਨੈਂਸ। ਐਗਜ਼ਾਮ ਵਿੱਚ ਕਈ ਵਾਰੀ ਡਾਇਆਰਕੀ ਦਾ ਸਿੱਧਾ ਮੀਨਿੰਗ ਹੀ ਪੁੱਛਿਆ ਜਾਂਦਾ ਹੈ। ਸੋ ਡਾਇਆਰਕੀ ਦਾ ਮਤਲਬ ਹੈ ਡੂਅਲ ਗਵਰਨੈਂਸ ਤੇ ਇਹ ਜਿਹੜਾ ਸਿਸਟਮ ਹੈ ਡੂਅਲ ਗਵਰਨੈਂਸ ਦਾ ਇਹ ਸਟਾਰਟ ਕੀਤਾ ਗਿਆ ਸੀ 1919 ਐਕਟ ਦੇ ਅੰਦਰ। ਇਹਦੇ ਵਿੱਚ ਕੀ ਸੀ? ਜਿਹੜੇ ਪ੍ਰੋਵਿੰਸ਼ੀਅਲ ਸਬਜੈਕਟ ਸੀ, ਇੱਕ ਤਾਂ ਹੋ ਗਿਆ ਆਪਣੇ ਸੈਂਟਰ ਦੇ ਟੌਪ ਵਾਲੇ, ਦੂਜੇ ਹੋ ਗਏ ਜਿਹੜੇ ਉਸ ਟਾਈਮ ਦੇ ਸਟੇਟ ਸੀ ਜਿਹਨਾਂ ਨੂੰ ਆਪਾਂ ਪ੍ਰੋਵਿੰਸਸ ਕਹਿੰਦੇ ਸੀ। ਸੋ ਉਹਨਾਂ ਦੇ ਜਿਹੜੇ ਸਬਜੈਕਟ ਸੀ ਉਹਨਾਂ ਨੂੰ ਦੋ ਭਾਗਾਂ 'ਚ ਵੰਡਤਾ ਸੀ, ਟ੍ਰਾਂਸਫਰਡ ਐਂਡ ਰਿਜ਼ਰਵਡ ਸਬਜੈਕਟ। ਜਿਹੜੇ ਰਿਜ਼ਰਵਡ ਸਬਜੈਕਟ ਸੀ ਉੱਥੇ ਕੀ ਸੀ? ਗਵਰਨਰ ਲੈਜਿਸਲੇਟਿਵ ਕਾਉਂਸਲ ਨੂੰ ਰਿਸਪੌਂਸਿਬਲ ਨਹੀਂ ਸੀ। ਸੋ ਜਿਹੜੇ ਟ੍ਰਾਂਸਫਰਡ ਸਬਜੈਕਟ ਸੀ ਉੱਥੇ ਰਿਸਪੌਂਸਿਬਲ ਸੀ, ਪਰ ਰਿਜ਼ਰਵਡ ਸਬਜੈਕਟ ਕੁਝ ਇਹੋ ਜਿਹੇ ਸਪੈਸ਼ਲ ਸਬਜੈਕਟ ਸੀ ਜਿੱਥੇ ਸਿਰਫ ਗਵਰਨਰ ਦੀ ਹੀ ਆਪਣੀ ਸੇ ਸੀ। ਤੇ ਜਿਹੜਾ ਐਕਟ ਇਹਨੇ ਇੰਟਰੋਡਿਊਸ ਕੀਤਾ ਪਹਿਲੀ ਵਾਰੀ ਬਾਈ ਕੈਮਰਲ ਸਿਸਟਮ ਸੈਂਟਰ ਦੇ ਵਿੱਚ। ਸੋ ਡਾਇਆਰਕੀ ਇੰਟਰੋਡਿਊਸ ਕੀਤੀ ਪ੍ਰੋਵਿੰਸ਼ੀਅਲ ਸਬਜੈਕਟਸ ਦੀ ਫਾਰਮ ਵਿੱਚ, ਬਾਈ ਕੈਮਰਲਿਜ਼ਮ ਸੈਂਟਰ। ਸੋ ਇਹ ਅਲੱਗ-ਅਲੱਗ ਤੁਸੀਂ ਫੀਚਰਸ ਇਸੇ ਤਰ੍ਹਾਂ ਯਾਦ ਰੱਖਣੇ ਨੇ। ਅਨਦਰ ਇੰਪੋਰਟੈਂਟ ਚੀਜ਼, ਜਿਹੜੀ ਲੈਜਿਸਲੇਟਿਵ ਅਸੈਂਬਲੀ ਆ ਉਹਦੇ 'ਚ 140 ਮੈਂਬਰ ਸੀ, ਕਾਉਂਸਲ ਵਿੱਚ ਸੀ 60 ਮੈਂਬਰ ਤੇ ਇਲੈਕਸ਼ਨਸ ਦੀ ਫਾਰਮ ਕੀ ਸੀ? ਡਾਇਰੈਕਟ ਇਲੈਕਸ਼ਨਸ। ਆਲਸੋ ਯੂ ਮਸਟ ਰਿਮੈਂਬਰ ਕਿ ਜਿਹੜਾ 1919 ਵਾਲਾ ਐਕਟ ਹੈ ਇਹਨੇ ਪਬਲਿਕ ਸਰਵਿਸ ਕਮਿਸ਼ਨ ਦੀ ਇਸਟੈਬਲਿਸ਼ਮੈਂਟ ਪ੍ਰੋਵਾਈਡ ਕਰਵਾਈ। ਵੈਰੀ ਇੰਪੋਰਟੈਂਟ। ਸੋ ਨੈਕਸਟ ਇਜ਼ ਗਵਰਨਮੈਂਟ ਆਫ ਇੰਡੀਆ ਐਕਟ 1935। ਇਹਦੇ ਇੰਪੋਰਟੈਂਟ ਫੀਚਰਸ ਦੇ ਵਿੱਚ ਪਹਿਲੀ ਚੀਜ਼ ਆਉਂਦੀ ਹੈ ਆਲ ਇੰਡੀਆ ਫੈਡਰੇਸ਼ਨ ਬਣਾਈ। ਦੂਜੀ ਚੀਜ਼ 3 ਲਿਸਟ। ਸੋ ਜਿਵੇਂ ਹੁਣ ਦੇ ਆਪਣੇ ਸੰਵਿਧਾਨ ਦੇ ਅੰਦਰ 3 ਲਿਸਟਾਂ ਨੇ, ਇੱਕ ਹੈਗੀ ਸੈਂਟਰ ਦੀ, ਸਟੇਟ ਦੀ, ਇੱਕ ਹੈ ਕਨਕਰੈਂਟ ਲਿਸਟ। ਸੇਮ ਉਸੇ ਤਰ੍ਹਾਂ ਲਿਸਟ ਹੈ ਫੈਡਰਲ, ਪ੍ਰੋਵਿੰਸ਼ੀਅਲ ਤੇ ਕਨਕਰੈਂਟ। ਜਿਹੜੀ ਫੈਡਰਲ ਲਿਸਟ ਹੈ ਉਹ ਸੈਂਟਰ ਦੇ ਲਈ ਜਿਹਦੇ ਵਿੱਚ 59 ਆਈਟਮ ਸੀ। ਸੋ 59 ਚੀਜ਼ਾਂ ਸੀ ਜਿਨ੍ਹਾਂ ਉੱਤੇ ਸਿਰਫ ਔਰ ਸਿਰਫ ਸੈਂਟਰ ਰੂਲ ਬਣਾ ਸਕਦੀ ਸੀ। ਦੈਨ 54 ਆਈਟਮਸ ਜਿੱਥੇ ਸਿਰਫ ਸਟੇਟਸ, ਪ੍ਰੋਵਿੰਸ਼ੀਅਲ ਜਿਹੜੇ ਪ੍ਰੋਵਿੰਸਸ ਸੀ ਉਹਨਾਂ ਦੀ ਸਰਕਾਰਾਂ ਪ੍ਰੋਵਿੰਸ਼ੀਅਲ ਲਿਸਟ ਦੇ ਅੰਦਰ ਰੂਲਸ ਬਣਾ ਸਕਦੀਆਂ ਸੀ। ਬਾਕੀ ਜਿਹੜੀਆਂ 36 ਆਈਟਮ ਸੀ ਜਿਹੜੀਆਂ ਕਨਕਰੈਂਟ ਲਿਸਟ ਵਿੱਚ ਪਾਈਆਂ ਗਈਆਂ, ਉਹ ਜਿਵੇਂ ਹੁਣ ਚੱਲਦਾ ਆਪਣੇ ਵੀ ਸੈਂਟਰ ਤੇ ਪ੍ਰੋਵਿੰਸਸ ਦੋਨੋਂ ਉਹਦੇ ਵਿੱਚ ਲਾਜ਼ ਬਣਾ ਸਕਦੇ ਨੇ, ਪਰ ਜੇ ਕਿਤੇ ਕਨਫਲਿਕਟ ਆਵੇ ਤਾਂ ਉੱਥੇ ਸੈਂਟਰ ਜਿਹੜਾ ਰੂਲ ਬਣਾਊਗੀ ਉਹ ਓਵਰਟੇਕ ਕਰੂਗਾ ਪ੍ਰੋਵਿੰਸ ਦੇ ਰੂਲ ਨੂੰ। ਸੋ ਸੈਂਟਰ ਦਾ ਅਪਰ ਹੈਂਡ ਹੈ ਪ੍ਰੋਵਿੰਸ ਨਾਲੋਂ। ਸੋ ਤੁਸੀਂ ਯਾਦ ਰੱਖਣਾ ਹੈ 3 ਲਿਸਟਾਂ ਜਿਹੜੀਆਂ ਇੰਟਰੋਡਿਊਸ ਕੀਤੀਆਂ ਗਈਆਂ 1935 ਐਕਟ ਦੇ ਅੰਦਰ। ਇਹਨਾਂ ਵਿੱਚ ਆਈਟਮਸ ਕਿਹੜੀਆਂ ਨੇ, ਕਿਹੜੀ ਲਿਸਟ ਸੈਂਟਰ ਲਈ ਹੈ, ਕਿਹੜੀ ਪ੍ਰੋਵਿੰਸ ਦੇ ਲਈ ਹੈ। ਆਲਸੋ ਕੁਝ ਰੈਜ਼ੀਡਿਊਰੀ ਪਾਵਰਸ ਦਿੱਤੀਆਂ ਕਿ ਜਿਹੜੇ ਬਚੀਆਂ ਹੋਈਆਂ ਪਾਵਰਸ ਨੇ ਜਿਹੜੇ ਕਿਸੇ ਵੀ ਆਈਟਮਸ ਦੇ ਵਿੱਚ ਇਨਕਲੂਡ ਨਹੀਂ ਕੀਤੇ ਗਏ, ਕਿਸੇ ਲਿਸਟ ਵਿੱਚ ਰੂਲ ਨਹੀਂ ਪਾਏ ਗਏ, ਉਹਨਾਂ ਦੇ ਉੱਤੇ ਕੋਈ ਵੀ ਲਾਅ ਬਣਾਉਣਾ, ਕੋਈ ਵੀ ਉਹਨਾਂ ਉੱਤੇ ਕੁਐਸਚਨ ਆਉਂਦਾ ਤਾਂ ਉਹਦੀ ਪਾਵਰ ਕਿਹਦੇ ਕੋਲ ਹੈ? ਗਵਰਨਰ ਜਨਰਲ ਕੋਲ। ਅਨਦਰ ਇੰਪੋਰਟੈਂਟ ਚੀਜ਼, ਜਿਹੜੀ ਡਾਇਆਰਕੀ ਪ੍ਰੋਵਿੰਸਸ ਵਿੱਚ ਪਿੱਛੇ ਸਟਾਰਟ ਕੀਤੀ ਸੀ, ਇਸ ਐਕਟ ਨੇ ਉਹਨੂੰ ਅਬੋਲਿਸ਼ ਕਰਤਾ, ਖਤਮ ਕਰਤਾ। ਦੈਨ ਬਟ ਇਸ ਐਕਟ ਨੇ ਪ੍ਰੋਵਿੰਸਸ ਦੇ ਵਿੱਚ ਖਤਮ ਕਰਕੇ ਡਾਇਆਰਕੀ ਨੂੰ, ਡਬਲ ਸਿਸਟਮ ਨੂੰ ਸੈਂਟਰ ਦੇ ਵਿੱਚ ਅਡਾਪਟ ਕਰ ਲਿਆ, ਸਟਾਰਟ ਕਰਤਾ। ਸੋ ਇਹ ਦੋ ਇੰਪੋਰਟੈਂਟ ਫੀਚਰਸ ਨੇ ਵੀ ਕਿੱਥੇ ਅਬੋਲਿਸ਼ ਕੀਤੀ ਡਾਇਆਰਕੀ, ਕਿੱਥੇ ਸਟਾਰਟ ਕੀਤੀ, ਇਹ ਤੁਸੀਂ ਯਾਦ ਰੱਖਣੀ ਹੈ। ਆਲਸੋ ਅਨਦਰ ਇੰਪੋਰਟੈਂਟ ਚੀਜ਼,
ਇੱਕ ਤਾਂ ਆਪਾਂ ਨੇ ਸਟਾਰਟਿੰਗ ਵਿੱਚ ਹੀ ਦੇਖ ਲਿਆ ਸੀ ਰੈਗੂਲੇਟਿੰਗ ਐਕਟ ਦੇ ਅੰਦਰ ਕਿ ਸੁਪਰੀਮ ਕੋਰਟ ਬਣੀ ਫੋਰਟ ਵਿਲੀਅਮ ਕਲਕੱਤੇ ਦੇ ਵਿੱਚ। ਇੱਕ ਉਰੇ 1935 ਐਕਟ ਦੇ ਅੰਦਰ ਫੈਡਰਲ ਕੋਰਟ ਇਸਟੈਬਲਿਸ਼ ਕੀਤੀ ਗਈ ਤੇ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪੁਆਇੰਟ ਹੈ। ਆਲਸੋ ਜਿਹੜਾ ਕਾਉਂਸਲ ਸੀ ਇੰਡੀਆ ਦਾ ਉਹਨੂੰ ਖਤਮ ਕਰਤਾ 1935 ਐਕਟ ਨੇ। ਸੋ ਨੈਕਸਟ ਇਜ਼ ਵੈਰੀ ਇੰਪੋਰਟੈਂਟ ਇੰਡੀਅਨ ਇੰਡੀਪੈਂਡੈਂਸ ਐਕਟ। ਇਹਦੇ ਬਾਰੇ ਆਪਾਂ ਨੂੰ ਪਤਾ ਹੀ ਹੈ। ਇੰਡੀਆ ਨੂੰ ਇੰਡੀਪੈਂਡੈਂਟ ਕਰਾਰ ਦਿੱਤਾ ਗਿਆ, ਡਿਕਲੇਅਰ ਕਰਤਾ ਕਿ ਇੰਡੀਆ ਬਿਲਕੁਲ ਆਜ਼ਾਦ ਹੈ, ਸੋਵਰਨ ਸਟੇਟ ਹੈ। ਸੋ ਦੋ ਨੇਸ਼ਨਸ ਬਣੇ, ਇੱਕ ਬਣ ਗਿਆ ਇੰਡੀਆ, ਦੂਜਾ ਬਣ ਗਿਆ ਪਾਕਿਸਤਾਨ। ਇੰਡੀਅਨ ਇੰਡੀਪੈਂਡੈਂਸ ਡੇ ਕਿਸ ਦਿਨ ਹੁੰਦਾ ਹੈ? 15th of August। ਸੋ ਜਿਹੜਾ ਇਹ ਐਕਟ ਹੈ ਇਹਨੇ ਇਸਟੈਬਲਿਸ਼ ਕੀਤੀ ਦੋ ਰਿਸਪੌਂਸਿਬਲ ਗਵਰਨਮੈਂਟ, ਇੱਕ ਸੈਂਟਰ ਉੱਤੇ ਇੱਕ ਪ੍ਰੋਵਿੰਸ ਉੱਤੇ, ਤੇ ਉਸ ਸਮੇਂ ਦੀ ਕਨਸਟੀਟਿਊਸ਼ਨਲ ਨੋਮੀਨਲ ਹੈਡਸ ਬਣਾਤੇ ਫॉर द ਟਾਈਮ ਬਿੰਗ ਜਦੋਂ ਤੱਕ ਪ੍ਰੋਪਰ ਦੁਬਾਰਾ ਇਲੈਕਸ਼ਨਸ ਨਹੀਂ ਹੁੰਦੀਆਂ, ਵਾਇਸਰॉय ਨੂੰ ਇੰਡੀਆ ਐਂਡ ਪ੍ਰੋਵਿੰਸ਼ੀਅਲ ਗਵਰਨਰ। ਸੋ ਹੁਣ ਕੁਝ ਇੰਪੋਰਟੈਂਟ ਆਪਾਂ ਪੁਆਇੰਟਸ ਦੇਖਾਂਗੇ ਜਿਹੜੇ ਐਡ ਕਰਨੇ ਨੇ ਆਪਾਂ ਨੇ ਇਹ ਹਿਸਟੋਰੀਕਲ ਬੈਕਗ੍ਰਾਉਂਡ ਦੇ ਨਾਲ, ਜਿਹੜੇ ਇੰਪੋਰਟੈਂਟ ਨੇ। ਸੋ ਸਭ ਤੋਂ ਪਹਿਲੀ ਚੀਜ਼, ਜਿੰਨੇ ਵੀ ਲਾਅ ਬਣੇ 1833 ਤੋਂ ਪਹਿਲਾਂ, ਚਾਹੇ ਕੋਈ ਪਿਟਸ ਇੰਡੀਆ ਐਕਟ ਸੀ, ਰੈਗੂਲੇਟਿੰਗ ਐਕਟ ਸੀ, ਉਹਨਾਂ ਸਾਰਿਆਂ ਨੂੰ ਆਪਾਂ ਰੈਗੂਲੇਸ਼ਨਸ ਕਹਾਂਗੇ, ਉਹਨਾਂ ਨੂੰ ਐਕਟ ਨਹੀਂ ਕਹਾਂਗੇ। ਜਿਹੜੇ ਵੀ 1833 ਤੋਂ ਬਾਅਦ ਲਾਅ ਆਏ ਉਹਨਾਂ ਨੂੰ ਆਪਾਂ ਨਾਮ ਦੇਣਾ ਹੈ ਐਕਟ ਦਾ। So laws made before Charter Act of 1833 were called regulation, made after are called act। Then Lord Warren Hastings ਨੇ create ਕੀਤਾ ਸੀ district collector ਦਾ office 1772 ਵਿੱਚ। Lord Ripon 1882 ਦੇ ਵਿੱਚ ਇਹਨਾਂ ਨੇ ਇੱਕ resolution ਪਾਸ ਕੀਤਾ ਸੀ local self government ਨੂੰ strong ਕਰਨ ਦੇ ਲਈ, ਇਸੇ ਲਈ ਇਹਨਾਂ ਨੂੰ father of local self government in India ਵੀ ਕਿਹਾ ਜਾਂਦਾ ਹੈ। Lord Ripon, ਇਹ question ਬਹੁਤ ਵਾਰੀ exam ਵਿੱਚ repeat ਹੁੰਦਾ ਹੈ, very very important। Another important ਚੀਜ਼, ਇਹ ਵੀ recently ਇੱਕ exam ਵਿੱਚ ਆਇਆ ਹੈ 1924, ਇਹ year ਤੁਸੀਂ as it is ਯਾਦ ਰੱਖਣਾ ਹੈ। 1924 ਵਿੱਚ ਜਨਰਲ ਬਜਟ ਸੀ ਜਿਹੜਾ, ਉਹਦੇ ਨਾਲੋਂ ਰੇਲਵੇ ਬਜਟ ਨੂੰ ਅਲੱਗ ਕੀਤਾ ਗਿਆ, ਸੈਪਰੇਟ ਕੀਤਾ ਗਿਆ। ਤੇ ਕਿਹੜੀ ਕਮੇਟੀ ਸੀ ਜਿਹਦੇ ਆਧਾਰ ਦੇ ਉੱਤੇ ਹੋਇਆ? ਐਕਵਰਥ ਕਮੇਟੀ ਰਿਪੋਰਟ 1921। ਸੋ ਇਸ ਕਮੇਟੀ ਦਾ ਨਾਮ, ਈਅਰ, ਇਹ ਸਾਰੇ ਨਾਮ ਤੁਸੀਂ ਯਾਦ ਰੱਖਣੇ ਆ। Next we'll talk about constitution formation। ਸੋ 1928 ਵਿੱਚ ਮੋਤੀਲਾਲ ਨਹਿਰੂ ਤੇ ਨਾਲ ਉਹਨਾਂ ਦੇ 8 ਹੋਰ ਕਾਂਗਰਸ ਲੀਡਰਸ ਨੇ ਕਨਸਟੀਟਿਊਸ਼ਨ ਸੀ ਜਿਹੜਾ ਸੰਵਿਧਾਨ ਸੀ ਉਹਨੂੰ ਡਰਾਫਟ ਕੀਤਾ। 1931 ਵਿੱਚ ਜਦੋਂ ਇੰਡੀਅਨ ਨੈਸ਼ਨਲ ਕਾਂਗਰਸ ਦਾ ਕਰਾਚੀ ਸੈਸ਼ਨ ਸੀ, ਤੁਸੀਂ ਈਅਰ ਵੀ ਯਾਦ ਰੱਖਣਾ ਵੀ ਕਰਾਚੀ ਸੈਸ਼ਨ ਕਿਹੜੇ ਸਾਲ ਹੋਇਆ, ਉੱਥੇ ਆਜ਼ਾਦ ਭਾਰਤ ਦਾ ਸੰਵਿਧਾਨ ਕਿਸ ਤਰ੍ਹਾਂ ਦਾ ਲੱਗੂਗਾ, how the constitution of independent India should look like, ਉਸ ਚੀਜ਼ ਨੂੰ ਲੈ ਕੇ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਗਿਆ। ਸੋ ਇਹ ਤੁਸੀਂ ਯਾਦ ਰੱਖਣਾ ਹੈ ਕਿਹੜੇ ਸੈਸ਼ਨ ਵਿੱਚ ਪਾਸ ਕੀਤਾ ਗਿਆ ਸੀ? ਕਰਾਚੀ ਸੈਸ਼ਨ 1931। ਉਸ ਤੋਂ ਬਾਅਦ ਪ੍ਰੋਵਿੰਸ਼ੀਅਲ ਲੈਜਿਸਲੇਚਰ ਦੇ ਵਿੱਚ ਪੂਰੇ ਜਿਹੜਾ ਆਪਣਾ ਅੰਗਰੇਜ਼ਾਂ ਦਾ ਭਾਰਤ ਸੀ, ਬ੍ਰਿਟਿਸ਼ ਇੰਡੀਆ, ਜਦੋਂ ਹਜੇ ਬ੍ਰਿਟਿਸ਼ਰਸ ਦਾ ਕੰਟਰੋਲ ਸੀ, ਆਪਾਂ ਆਜ਼ਾਦ ਨਹੀਂ ਸੀ ਹੋਏ, ਤਾਂ ਉਸ ਸਮੇਂ ਪ੍ਰੋਵਿੰਸ਼ੀਅਲ ਲੈਜਿਸਲੇਚਰ ਨੂੰ ਲੈ ਕੇ ਇਲੈਕਸ਼ਨਸ ਕਰਵਾਈਆਂ ਗਈਆਂ ਸੀ 1937 ਵਿੱਚ। ਦੈਨ ਜਿਹੜੇ ਮੇਕਰ ਸੀ ਇੰਡੀਅਨ ਕਨਸਟੀਟਿਊਸ਼ਨ ਦੇ, ਜਿਨ੍ਹਾਂ ਨੇ ਇੰਡੀਅਨ ਕਨਸਟੀਟਿਊਸ਼ਨ ਨੂੰ ਬਣਾਇਆ, ਉਹਨਾਂ ਨੇ ਮੇਨਲੀ ਜਿਹੜਾ ਮੋਟਾ-ਮੋਟਾ ਫੰਡਾਮੈਂਟਲ ਸਟਰਕਚਰ ਸੀ ਉਹ ਅਡਾਪਟ ਕੀਤਾ ਗਵਰਨਮੈਂਟ ਆਫ ਇੰਡੀਆ ਐਕਟ 1935 ਦਾ। ਦਿਸ ਇਜ਼ ਅਗੇਨ ਵੈਰੀ ਇੰਪੋਰਟੈਂਟ ਥਿੰਗ ਟੂ ਰਿਮੈਂਬਰ। ਦੈਨ ਕਨਸਟੀਟਿਊਐਂਟ ਅਸੈਂਬਲੀ। ਕਨਸਟੀਟਿਊਸ਼ਨ ਅਸੈਂਬਲੀ ਕੁਝ ਇਲੈਕਟਿਡ ਚੁਣੇ ਗਏ ਰੈਪਰੈਜ਼ੈਂਟੇਟਿਵ ਸੀ, ਇੰਡੀਆ ਦੇ ਹੀ ਲੋਕ ਸੀ, ਉਹਨਾਂ ਦੀ ਇੱਕ ਬਾਡੀ ਸੀ, ਤੇ ਜਿਹੜੀਆਂ ਇਲੈਕਸ਼ਨਸ ਕਰਵਾਈਆਂ ਗਈਆਂ ਕਨਸਟੀਟਿਊਐਂਟ ਅਸੈਂਬਲੀ ਦੀਆਂ ਉਹ ਹੋਈਆਂ ਜੁਲਾਈ 1946 ਤੇ ਪਹਿਲੀ ਮੀਟਿੰਗ ਹੋਈ ਸੀ ਇਲੈਕਸ਼ਨਸ ਤੋਂ ਬਾਅਦ ਜਦੋਂ ਇਹ ਤਿਆਰ ਹੋ ਗਈ ਬਾਡੀ ਦਸੰਬਰ 1946 ਵਿੱਚ। ਜਦੋਂ ਦੇਸ਼ ਆਜ਼ਾਦ ਹੋ ਗਿਆ ਤਾਂ ਜਿਹੜੀ ਕਨਸਟੀਟਿਊਐਂਟ ਅਸੈਂਬਲੀ ਹੈ ਉਹ ਦੋ ਭਾਗਾਂ 'ਚ ਵੰਡੀ ਗਈ, ਇੱਕ ਇੰਡੀਆ ਦੀ, ਦੂਜੀ ਪਾਕਿਸਤਾਨ ਦੀ। ਜਿਹੜੀ ਭਾਰਤ ਦੀ ਕਨਸਟੀਟਿਊਐਂਟ ਅਸੈਂਬਲੀ ਸੀ ਉਹਨੇ ਸੰਵਿਧਾਨ ਨੂੰ ਅਡਾਪਟ ਕੀਤਾ 26 ਨਵੰਬਰ 1949 ਵਿੱਚ, ਪਰ ਇਹ ਪੂਰੀ ਤਰ੍ਹਾਂ ਇਫੈਕਟ ਵਿੱਚ ਕਦੋਂ ਆਇਆ? 26 ਜਨਵਰੀ 1950 ਨੂੰ, ਜਿਹਨੂੰ ਆਪਾਂ ਰਿਪਬਲਿਕ ਡੇ ਦੇ ਨਾਲ ਸੈਲੀਬ੍ਰੇਟ ਕਰਦੇ ਹਾਂ। ਨੈਕਸਟ ਵਾਲੀ ਇੰਪੋਰਟੈਂਟ ਚੀਜ਼ ਹੈ ਵੀ ਜਿਹੜਾ ਡਰਾਫਟਿੰਗ ਕਮੇਟੀ ਸੀ ਜਿਨ੍ਹਾਂ ਨੇ ਤਿਆਰ ਕੀਤਾ ਸੀ ਇੰਡੀਆ ਦਾ ਕਨਸਟੀਟਿਊਸ਼ਨ, ਉਸ ਕਮੇਟੀ ਵਿੱਚ ਮੈਂਬਰ ਕੌਣ-ਕੌਣ ਸੀ, ਉਸ ਕਮੇਟੀ ਦੇ ਹੈੱਡ ਕੌਣ ਸੀ, ਚੇਅਰਮੈਨ ਕੌਣ ਸੀ। ਸੋ ਉਸ ਕਮੇਟੀ ਦੇ ਚੇਅਰਮੈਨ ਸੀ ਡਾਕਟਰ BR ਅੰਬੇਦਕਰ, ਮੋਸਟ ਇੰਪੋਰਟੈਂਟ ਨੇਮ ਟੂ ਰਿਮੈਂਬਰ, ਵੈਰੀ ਵੈਰੀ ਇੰਪੋਰਟੈਂਟ। ਬਾਕੀ ਮੈਂਬਰ ਕੌਣ ਸੀ?
N. Gopalaswamy Iyengar, Muhammad Sadaullah, Aladi Krishnaswamy Iyer, K. M. Munshi, B. L. Mittal, substituted by N. Madhav Rao following his resignation on health issues. Then Dr. K. P. Khedar 1948 ਚ ਇਹਨਾਂ ਦੀ ਡੈਥ ਹੋ ਗਈ ਸੀ ਤੇ ਇਹਨਾਂ ਦੀ ਜਗ੍ਹਾ ਤੇ ਫਿਰ ਆਏ ਟੀ ਟੀ ਕ੍ਰਿਸ਼ਨਮਚਰੀ ਤੇ ਬੀ ਐਲ ਮਿੱਤਰ ਦੀ ਜਗ੍ਹਾ ਤੇ ਆਏ ਸੀ ਐਨ ਮਾਧਵ ਰਾਓ ਤੇ ਐਗਜ਼ਾਮ ਦੇ ਵਿੱਚ ਇੱਕ ਕੁਐਸਚਨ ਰੀਸੈਂਟਲੀ ਪੁੱਛਿਆ ਗਿਆ ਸੀ ਨੇਮ ਦੀ ਓਨਲੀ ਮੁਸਲਿਮ ਮੈਂਬਰ ਆਫ ਡਰਾਫਟਿੰਗ ਕਮੇਟੀ ਆਫ ਇੰਡੀਅਨ ਕਨਸਟੀਟਿਊਸ਼ਨ ਸੋ ਉਹ ਤੁਹਾਡਾ ਆਨਸਰ ਹੋਊਗਾ ਮੁਹੰਮਦ ਸਦੁੱਲਾ ਵੈਰੀ ਵੈਰੀ ਇੰਪੋਰਟੈਂਟ ਸੋ ਨੈਕਸਟ ਨੂੰ ਆਪਾਂ ਲਾਸਟ ਤੇ ਦੇਖਾਂਗੇ ਕਿ ਕਿਹੜੇ ਮੇਨ ਫੈਕਟਰਸ ਨੇ ਜਿਨ੍ਹਾਂ ਦਾ ਮੇਨ ਕੰਟਰੀਬਿਊਸ਼ਨ ਰਿਹਾ ਇੰਡੀਆ ਦੇ ਕਨਸਟੀਟਿਊਸ਼ਨ ਨੂੰ ਬਣਾਉਣ ਦੇ ਲਈ ਪਹਿਲਾ ਫ੍ਰੈਂਚ ਰੈਵੋਲੂਸ਼ਨ ਫਰਾਂਸ ਦੀ ਆਜ਼ਾਦੀ ਦੀ ਜਿੱਤ ਸੀ ਜਿਹੜੀ ਸੋ ਉਹਦੇ ਤੋਂ ਜਿਵੇਂ ਬਹੁਤ ਸਾਰੀਆਂ ਚੀਜ਼ਾਂ ਲਈਆਂ ਗਈਆਂ ਲਿਬਰਟੀ ਫ੍ਰੈਟਰਨਿਟੀ ਇਕੁਐਲਿਟੀ ਇਹ ਸਾਰੇ ਪ੍ਰਿੰਸੀਪਲਸ ਨੂੰ ਇੰਬਾਈਬ ਕੀਤਾ ਗਿਆ ਇੰਡੀਆ ਦੇ ਸੰਵਿਧਾਨ ਦੇ ਵਿੱਚ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਦੈਨ ਬਿਲ ਆਫ ਰਾਈਟਸ ਯੂਐਸ ਤੇ ਪਾਰਲੀਮੈਂਟਰੀ ਡੈਮੋਕ੍ਰੇਸੀ ਬ੍ਰਿਟੇਨ ਦੀ ਇਹ ਚੀਜ਼ਾਂ ਨੂੰ ਦੇਖ ਕੇ ਵੀ ਕਿੰਨੇ ਸਹੀ ਤਰੀਕੇ ਦੇ ਨਾਲ ਰੂਲ ਕਰ ਰਹੇ ਨੇ ਕੰਟਰੋਲ ਕਰ ਰਹੇ ਨੇ ਸੋ ਇਹ ਸਾਰੀਆਂ ਚੀਜ਼ਾਂ ਤੋਂ ਪ੍ਰਭਾਵਿਤ ਹੋ ਕੇ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਮੇਨ ਚੀਜ਼ਾਂ ਸੀ ਪੋਜ਼ਿਟਿਵ ਪੁਆਇੰਟ ਸੀ ਉਹਨਾਂ ਨੂੰ ਐਡ ਕੀਤਾ ਗਿਆ ਲਾਸਟਲੀ ਸੋਸ਼ਲਿਸਟ ਰੈਵੋਲੂਸ਼ਨ ਰਸ਼ੀਆ ਦੀ ਸੋ ਰਸ਼ੀਅਨ ਰੈਵੋਲੂਸ਼ਨ ਦੇ ਵਿੱਚੋਂ ਵੀ ਕਾਫੀ ਚੀਜ਼ਾਂ ਨੇ ਜਿਨ੍ਹਾਂ ਤੋਂ ਇਨਫਲੂਐਂਸ ਹੋ ਕੇ ਇੰਡੀਆ ਦਾ ਸੰਵਿਧਾਨ ਤਿਆਰ ਕੀਤਾ ਗਿਆ ਨੈਕਸਟ ਨੂੰ ਆਪਾਂ ਗੱਲ ਕਰਾਂਗੇ ਕਰੰਟ ਇਸ਼ੂਜ਼ ਦੀ ਸੋ ਅੱਜ ਆਪਾਂ ਦੋ ਇੰਪੋਰਟੈਂਟ ਕਰੰਟ ਇਸ਼ੂਜ਼ ਦੇਖਾਂਗੇ ਤੇ ਤੁਹਾਨੂੰ ਇਸ ਤੋਂ ਬਾਅਦ ਆਈਡੀਆ ਹੋ ਜੂ ਵੀ ਆਪਾਂ ਨੇ ਕਿਸੇ ਵੀ ਸਬਜੈਕਟ ਦੇ ਕਰੰਟ ਇਸ਼ੂਜ਼ ਨੂੰ ਉਸ ਸਬਜੈਕਟ ਦੇ ਮੇਨ ਪੋਰਸ਼ਨ ਦੇ ਨਾਲ ਕਿਵੇਂ ਰਿਲੇਟ ਕਰਕੇ ਪੜ੍ਹਨਾ ਸੋ ਹੁਣ ਆਪਾਂ ਦੇਖਾਂਗੇ ਸੀਪੀ ਜੋਸ਼ੀ ਕਮੇਟੀ ਬਾਰੇ ਸੋ ਰੀਸੈਂਟਲੀ ਇਹ ਕਮੇਟੀ ਕਾਫੀ ਨਿਊਜ਼ ਵਿੱਚ ਚੱਲ ਰਹੀ ਸੀ ਕਿਉਂਕਿ ਇੰਡੀਆ ਦੇ ਵਿੱਚ ਆਲਮੋਸਟ ਹਰ ਇੱਕ ਦੋ ਸਟੇਟਸ ਦੀ ਜੇ ਆਪਾਂ ਗੱਲ ਕਰੀਏ ਤਾਂ ਬਾਰ-ਬਾਰ ਐਂਟੀ ਡਿਫੈਕਸ਼ਨ ਦੀ ਗੱਲ ਆਉਂਦੀ ਹੈ ਸਪੀਕਰ ਦੇ ਰੋਲ ਦੀ ਗੱਲ ਆਉਂਦੀ ਹੈ ਸੋ 2019 ਵਿੱਚ ਇੱਕ ਕਮੇਟੀ ਤਿਆਰ ਕੀਤੀ ਗਈ ਸੀ ਸੀਪੀ ਜੋਸ਼ੀ ਕਮੇਟੀ ਬੇਸਿਕਲੀ ਇਹ ਕਮੇਟੀ ਵਿੱਚ ਕਿਹਾ ਗਿਆ ਕਿ ਜਦੋਂ ਵੀ ਡਿਫੈਕਸ਼ਨ ਦੀ ਗੱਲ ਆਉਂਦੀ ਹੈ ਡਿਫੈਕਸ਼ਨ ਦੇ ਗਰਾਊਂਡ ਦੀ ਗੱਲ ਆਉਂਦੀ ਹੈ ਜਿਹਦੇ ਆਧਾਰ ਦੇ ਉੱਤੇ ਐਮਪੀਜ਼ ਤੇ ਐਮਐਲਏਜ਼ ਨੂੰ ਡਿਸਕੁਆਲੀਫਾਈ ਕੀਤਾ ਜਾਂਦਾ ਹੈ ਤਾਂ ਉਹਨਾਂ ਦੀ ਡਿਸਕੁਆਲੀਫਿਕੇਸ਼ਨ ਦੇ ਵਿੱਚ ਸਪੀਕਰ ਦਾ ਕੀ ਰੋਲ ਰਹੂਗਾ ਸਪੀਕਰ ਕਿਵੇਂ ਡਿਸਕੁਆਲੀਫਾਈ ਕਰ ਸਕਦਾ ਹੈ ਉਹ ਕਿਵੇਂ ਕਿਹਨੂੰ ਕਹੂਗਾ ਸੋ ਸਪੀਕਰ ਦੇ ਪੂਰੇ ਰੋਲ ਨੂੰ ਡਿਸਕੁਆਲੀਫਿਕੇਸ਼ਨ ਦੇ ਤੌਰ ਤੇ ਔਨ ਗਰਾਊਂਡਸ ਆਫ ਡਿਫੈਕਸ਼ਨ ਰਿਲੇਟਡ ਟੂ ਐਮਪੀਜ਼ ਐਂਡ ਐਮਐਲਏ ਇਸ ਚੀਜ਼ ਨੂੰ ਪੂਰੀ ਤਰ੍ਹਾਂ ਡੀਪਲੀ ਐਗਜ਼ਾਮਿਨ ਕਰਨ ਦੇ ਲਈ ਦੇਖਣ ਪਰਖਣ ਦੇ ਲਈ ਇਸ ਕਮੇਟੀ ਨੂੰ ਤਿਆਰ ਕੀਤਾ ਗਿਆ ਸੋ ਐਗਜ਼ਾਮ ਦੇ ਲਈ ਤੁਹਾਨੂੰ ਡਾਇਰੈਕਟਲੀ ਇਹ ਨਾਮ ਆ ਸਕਦਾ ਹੈ ਵੀ ਸੀਪੀ ਜੋਸ਼ੀ ਕਮੇਟੀ ਕਿਸ ਚੀਜ਼ ਨਾਲ ਰਿਲੇਟਡ ਹੈ ਸੋ ਉੱਥੇ ਤੁਹਾਨੂੰ ਇਹ ਜਿਹੜੇ ਸ਼ਡਿਊਲਸ ਨੇ ਕਨਸਟੀਟਿਊਸ਼ਨ ਦੇ MCQs ਦੇ ਵਿੱਚ ਇਹਨਾਂ ਦਾ ਐਜ਼ ਇਟ ਇਜ਼ ਨੰਬਰ ਪੁੱਛਿਆ ਜਾ ਸਕਦਾ ਹੈ ਸੋ ਤੁਸੀਂ ਯਾਦ ਰੱਖਣਾ ਹੈ ਸੀਪੀ ਜੋਸ਼ੀ ਕਮੇਟੀ ਕਿਸ ਚੀਜ਼ ਨਾਲ ਰਿਲੇਟਡ ਹੈ ਸਪੀਕਰ ਦਾ ਰੋਲ ਦੇਖਣ ਦੇ ਲਈ with regard to anti defection law ਤੇ anti defection law ਸੰਵਿਧਾਨ ਦੇ ਅੰਦਰ ਆਪਾਂ ਨੂੰ ਕਿੱਥੇ ਮਿਲਦਾ ਹੈ 10ਵੇਂ ਸ਼ਡਿਊਲ ਦੇ ਅੰਦਰ ਸੋ ਬਹੁਤ ਸਾਰੇ ਅਲੱਗ-ਅਲੱਗ ਟੋਟਲ 12 ਕਨਸਟੀਟਿਊਸ਼ਨ ਦੇ ਅੰਦਰ ਸ਼ਡਿਊਲਸ ਨੇ ਜਿਨ੍ਹਾਂ ਦੇ ਵਿੱਚੋਂ 10ਵਾਂ ਸ਼ਡਿਊਲ ਗੱਲ ਕਰਦਾ ਹੈ ਐਂਟੀ ਡਿਫੈਕਸ਼ਨ ਲਾਅ ਦੀ ਸੋ ਹੁਣ ਆਪਾਂ ਡੀਟੇਲ ਵਿੱਚ ਦੇਖ ਲੈਂਦੇ ਹਾਂ ਵੀ ਐਂਟੀ ਡਿਫੈਕਸ਼ਨ ਲਾਅ ਹੈ ਕਿ ਨੰਬਰ 1 ਇਹਦੇ ਅੰਦਰ ਪਨਿਸ਼ ਕੀਤਾ ਜਾਂਦਾ ਹੈ ਕੋਈ ਵੀ ਇੰਡੀਵਿਜੂਅਲ ਐਮਪੀ ਜਾਂ ਐਮਐਲਏ ਇੱਕ ਪਾਰਟੀ ਛੱਡ ਕੇ ਜੇ ਦੂਜੀ ਪਾਰਟੀ ਵਿੱਚ ਜਾਣ ਇਹਦੇ ਪਿੱਛੇ ਮਨਸ਼ਾ ਕੀ ਹੈ ਮੇਨ ਮਕਸਦ ਹੈ ਵੀ ਲੈਜਿਸਲੇਟਰ ਨੂੰ ਡਿਸਕਰੇਜ ਕਰਨਾ ਕਿ ਉਹ ਪਾਰਟੀ ਨਾ ਛੱਡਣ ਸੋ ਇੱਕ ਗਵਰਨਮੈਂਟ ਦੀ ਸਰਕਾਰ ਦੀ ਠਹਿਰਾਵ ਬਣਿਆ ਰਹੇ ਸਟੇਬਿਲਿਟੀ ਰਹੇ ਉਸ ਚੀਜ਼ ਨੂੰ ਬਰਕਰਾਰ ਰੱਖਣ ਦੇ ਲਈ ਇਸ ਲਾਅ ਨੂੰ ਲਿਆਂਦਾ ਗਿਆ ਐਂਟੀ ਡਿਫੈਕਸ਼ਨ ਲਾਅ ਤੇ ਇਹਨੂੰ ਪਾਰਲੀਮੈਂਟ ਨੇ ਐਡ ਕੀਤਾ ਸੰਵਿਧਾਨ ਦੇ ਅੰਦਰ 10ਵੇਂ ਸ਼ਡਿਊਲ ਦੇ ਤੌਰ ਤੇ ਜਿਹੜੀ ਅਮੈਂਡਮੈਂਟ ਲਿਆ ਕੇ ਐਡ ਕੀਤਾ ਉਹਦਾ ਨੰਬਰ ਐਗਜ਼ਾਮ ਦੇ ਵਿੱਚ ਬਾਰ-ਬਾਰ ਪੁੱਛਿਆ ਜਾਂਦਾ ਹੈ ਸੋ ਉਹ ਹੈ 52nd ਅਮੈਂਡਮੈਂਟ ਐਕਟ 1985 ਸੋ ਤੁਹਾਨੂੰ ਐਗਜ਼ਾਮ ਦੇ ਵਿੱਚ ਹਰ ਐਗਜ਼ਾਮ ਵਿੱਚ ਆਲਮੋਸਟ ਦੇਖਣ ਨੂੰ ਮਿਲਦਾ ਹੈ ਚਾਹੇ ਤੁਹਾਨੂੰ ਸ਼ਡਿਊਲ ਬਾਰੇ ਪੁੱਛਿਆ ਜਾਵੇ ਅਮੈਂਡਮੈਂਟ ਜਾਂ ਤੁਹਾਨੂੰ ਡਾਇਰੈਕਟਲੀ ਐਂਟੀ ਡਿਫੈਕਸ਼ਨ ਲਾਅ ਹੈ ਕਿ ਉਹ ਪੁੱਛਿਆ ਜਾਵੇ ਜਾਂ ਫਿਰ ਕਿਹੜੇ ਗਰੁੱਪਸ ਦੀ ਡਿਸਕੁਆਲੀਫਿਕੇਸ਼ਨ ਸੋ ਉਹ ਹੈ ਐਮਪੀਜ਼ ਤੇ ਐਮਐਲਏਜ਼ ਦੀ ਆਲਸੋ ਅਨਦਰ ਇੰਪੋਰਟੈਂਟ ਚੀਜ਼ ਇੱਕ ਕਨਸੈਪਟ ਆਉਂਦਾ ਹੈ ਮਰਜਰ ਦਾ ਜੇ ਕੋਈ ਇੱਕ ਪੋਲੀਟੀਕਲ ਪਾਰਟੀ ਦਾ ਗਰੁੱਪ ਹੈ ਜਿਹੜਾ ਦੂਜੀ ਦੇ ਨਾਲ ਕੋਈ ਐਮਪੀ ਐਮਐਲਏ ਦਾ ਪੂਰਾ ਗਰੁੱਪ ਕਿਸੇ ਹੋਰ ਪੋਲੀਟੀਕਲ ਪਾਰਟੀ ਨਾਲ ਜੁੜ ਜਾਂਦਾ ਹੈ ਤਾਂ ਉੱਥੇ ਨਾਮ ਦਿੱਤਾ ਗਿਆ ਮਰਜਰ ਦਾ ਸੋ ਜਿਹੜਾ 1985 ਵਾਲਾ ਐਕਟ ਹੈ ਇਹਦੇ ਮੁਤਾਬਿਕ a defection by 1/3 of elected members of political party was considered a merger ਤੇ ਇਸ ਚੀਜ਼ ਨੂੰ ਕਲੀਅਰ ਕੀਤਾ ਗਿਆ ਹੈ ਵੀ ਜੇ ਮਰਜਰ ਹੋ ਰਿਹਾ
ਤਾਂ ਉਹ ਡਿਸਕੁਆਲੀਫਿਕੇਸ਼ਨ ਦਾ ਕਾਰਨ ਨਹੀਂ ਬਣੂ, ਉੱਥੇ ਡਿਫੈਕਸ਼ਨ ਨਹੀਂ ਹੋ ਰਹੀ। ਇਸ ਚੀਜ਼ ਨੂੰ ਕਲੀਅਰ ਕੀਤਾ ਹੈ 91st Constitutional Amendment Act 2003 ਨੇ ਚੇਂਜ ਦਿਸ ਐਂਡ ਨਾਓ ਐਟਲੀਸਟ 2/3 of members, ਸੋ ਪਹਿਲਾਂ 1/3 ਦੀ ਗੱਲ ਸੀ, ਹੁਣ ਕਿਹਾ ਕਿ ਘੱਟੋ ਘੱਟ 2/3 ਮੈਂਬਰ ਹੋਣੇ ਚਾਹੀਦੇ ਨੇ ਪਾਰਟੀ ਦੇ ਜਿਹੜੇ ਮਰਜਰ ਦੀ ਕਿਸੇ ਹੋਰ ਪੋਲੀਟੀਕਲ ਪਾਰਟੀ ਦੇ ਨਾਲ ਜੁੜਨ ਦੇ ਫੇਵਰ ਦੇ ਵਿੱਚ ਹੋਣ। ਤੇ ਜੇ ਇਹ ਚੀਜ਼ ਹੋ ਰਹੀ ਹੈ ਮਤਲਬ ਕਿਸੇ ਵੀ ਪੂਰੀ ਪਾਰਟੀ ਦੇ 2/3 ਮੈਂਬਰ ਕਿਸੇ ਹੋਰ ਪਾਰਟੀ ਦੇ ਵਿੱਚ ਜੁੜਨਾ ਚਾਹਣ, ਮਰਜਰ ਹੋਵੇ, ਤਾਂ ਉਹ ਚੀਜ਼ ਐਂਟੀ ਡਿਫੈਕਸ਼ਨ ਲਾਅ ਨਹੀਂ ਬਣੂਗੀ। ਸੋ ਇਹ ਜਿਹੜੀ ਐਕਸੈਪਸ਼ਨ ਹੈ ਇਹਦਾ ਤੁਸੀਂ ਐਕਟ ਵੀ ਯਾਦ ਰੱਖਣਾ ਹੈ, ਨਾਲ ਤੁਸੀਂ 10th ਸ਼ਡਿਊਲ 52nd ਅਮੈਂਡਮੈਂਟ ਐਕਟ ਵੀ ਯਾਦ ਰੱਖਣਾ ਹੈ। ਸੋ ਇਸ ਤਰੀਕੇ ਦੇ ਨਾਲ ਜਿਵੇਂ ਸੀਪੀ ਜੋਸ਼ੀ ਕਮੇਟੀ ਉਹ ਕਰੰਟ ਅਫੇਅਰਸ ਦੇ ਵਿੱਚ ਸੀ, ਸੋ ਉਸ ਕਰੰਟ ਇਸ਼ੂ ਨੂੰ ਚੱਕ ਕੇ ਤੁਸੀਂ ਲਾਅ ਦੇ ਨਾਲ, ਤੁਸੀਂ ਕਨਸਟੀਟਿਊਸ਼ਨ ਦੇ ਨਾਲ ਕਿਵੇਂ ਰਿਲੇਟ ਕਰਨਾ ਹੈ, ਆਪਣੇ ਮੇਨ ਸਬਜੈਕਟ ਦੇ ਨਾਲ ਕਿਵੇਂ ਰਿਲੇਟ ਕਰਨਾ ਹੈ, ਸੋ ਇਹ ਚੀਜ਼ ਤੁਸੀਂ ਧਿਆਨ ਰੱਖਣੀ ਹੈ। Next on the ordinances to extend the tenure of Director of CBI and ED. Recently President Ramnath Kovind ਜੀ ਨੇ 2 ordinance promulgate ਕੀਤੇ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀ ਸੈਂਟਰ ਹੈ ਉਹ CBI Central Bureau of Investigation ਤੇ Enforcement Director ਜਿਹੜੀਆਂ ਇਹ 2 important positions ਨੇ, ਇਹਨਾਂ ਦੇ ਜਿਹੜੇ ਡਾਇਰੈਕਟਰਸ ਨੇ ਇਹਨਾਂ ਦਾ ਸਮਾਂ ਹੈ ਜਿਹੜਾ ਟੈਨਿਓਰ ਹੈ ਕਾਰਜਕਾਲ ਦਾ, ਉਹਨਾਂ ਨੂੰ 2 ਸਾਲ ਤੋਂ ਵਧਾ ਕੇ 5 ਸਾਲ ਤੱਕ ਦਾ ਕਰ ਸਕਦੇ ਆ। ਤੇ ਇਹਦੇ ਲਈ ਜਿਹੜੇ ਆਰਡੀਨੈਂਸ ਪਾਸ ਕੀਤੇ ਗਏ ਨੇ ਇਹ ਕੀਤੇ ਨੇ ਪ੍ਰੈਜ਼ੀਡੈਂਟ ਰਾਮਨਾਥ ਕੋਵਿੰਦ ਜੀ ਨੇ। ਕਰੰਟਲੀ ਈਡੀ ਤੇ ਸੀਬੀਆਈ ਦੇ ਜਿਹੜੇ ਚੀਫ ਨੇ, ਡਾਇਰੈਕਟਰ ਨੇ, ਉਹਨਾਂ ਦਾ ਟੈਨਿਓਰ ਕਿੰਨਾ ਕੰਮ ਕਰਨ ਦਾ 2 ਸਾਲ। ਸੋ ਆਰਡੀਨੈਂਸ ਦੇ ਵਿੱਚ ਕੀ ਕਿਹਾ ਗਿਆ, ਕਿੰਨਾ ਹੋਣਾ ਚਾਹੀਦਾ 5 ਸਾਲ। ਤੇ ਜਿਹੜੇ ਲਾਜ਼ ਨੇ ਜਿਨ੍ਹਾਂ ਦੇ ਨਾਲ ਇਹ ਚੇਂਜ ਕੀਤਾ ਜਾਊਗਾ, ਜਿਹੜੇ ਅਮੈਂਡਮੈਂਟ ਲੈ ਕੇ ਆਂਦੀ ਜਾਊਗੀ ਇਹ ਟਾਈਮ ਪੀਰੀਅਡ ਨੂੰ ਐਕਸਟੈਂਡ ਕਰਨ ਦੇ ਲਈ, ਵਧਾਉਣ ਦੇ ਲਈ, ਉਹ 2 ਐਕਟ ਦੇ ਵਿੱਚ ਅਮੈਂਡਮੈਂਟ ਕੀਤੀ ਜਾਊਗੀ। ਸੀਬੀਆਈ ਡਾਇਰੈਕਟਰ ਦੇ ਲਈ ਕੀਤੀ ਜਾਊ ਦਿੱਲੀ ਸਪੈਸ਼ਲ ਪੁਲਿਸ ਐਸਟੈਬਲਿਸ਼ਮੈਂਟ ਐਕਟ 1946 ਦੇ ਅੰਦਰ, ਤੇ ਈਡੀ ਡਾਇਰੈਕਟਰ ਦੇ ਲਈ ਕੀਤੀ ਜਾਊਗੀ ਸੈਂਟਰਲ ਵਿਜੀਲੈਂਸ ਕਮਿਸ਼ਨ ਐਕਟ 2003। ਸੋ ਤੁਸੀਂ ਇਹਨਾਂ ਐਕਟਸ ਦੇ ਨਾਮ, ਕਿਹੜੀਆਂ 2 ਪੋਜੀਸ਼ਨਸ ਤੇ ਉਹਨਾਂ ਦਾ ਕਿੰਨਾ ਸਮਾਂ ਕਰੰਟ ਹੈ, ਤੇ ਪ੍ਰੈਜ਼ੀਡੈਂਟ ਨੇ ਕੀ ਕਿਹਾ ਵੀ ਕਿੰਨਾ ਟਾਈਮ ਪੀਰੀਅਡ ਉਹਨਾਂ ਦਾ ਐਕਸਟੈਂਡ ਕਰ ਸਕਦੇ ਆ 5 ਸਾਲ। ਆਲਸੋ ਇਹਦੇ ਚੋਂ ਹੁਣ ਜਿਹੜੀ ਪੋਲਿਟੀ ਨੂੰ ਲੈ ਕੇ ਸਭ ਤੋਂ ਇੰਪੋਰਟੈਂਟ ਪੁਆਇੰਟ ਆ ਰਿਹਾ ਆਪਣੇ ਕੋਲ ਇੱਕ ਕਰੰਟ ਇਸ਼ੂ ਚੋਂ, ਉਹ ਹੈ ਕਿ ਪ੍ਰੈਜ਼ੀਡੈਂਟ ਕਿਹੜੇ ਆਰਟੀਕਲ ਦੇ ਅੰਦਰ ਆਰਡੀਨੈਂਸ ਪਾਸ ਕਰ ਸਕਦੇ ਆ। ਸੋ ਉਹ ਹੈ ਆਰਟੀਕਲ 123, ਵੈਰੀ ਇੰਪੋਰਟੈਂਟ। ਸੋ ਆਰਟੀਕਲ 123 of Indian Constitution states that President of India can promulgate ordinance when either the House of Parliament is not in session or when both of the houses are not in session. So Article 123 and ਤੁਸੀਂ comment ਕਰਕੇ ਦੱਸਣਾ ਹੈ ਵੀ ਗਵਰਨਰ ਦੇ ਕੋਲ ਕਿਹੜੇ ਆਰਟੀਕਲ ਦੇ ਅੰਦਰ ਪਾਵਰ ਹੈ ਆਰਡੀਨੈਂਸ ਪਾਸ ਕਰਨ ਦੀ। ਸੋ ਇਹ ਸੀ ਆਪਣਾ ਅੱਜ ਦਾ ਇੰਪੋਰਟੈਂਟ ਪਹਿਲਾ ਡੈਮੋ ਲੈਕਚਰ for the upcoming exams of PPSC Cooperative Society Inspector and Naib Tahsildar. I hope you liked the video. Please do subscribe to my channel. Thank you and good luck.